ਚਲੋ ਜਿਹੜੇ ਵੀ ਸ਼ਿਕਾਇਤ ਕਰਤਾ ਸੀਗੇ ਉਹ ਉਹਨਾਂ ਦੇ ਬਿਨਾਂ ਤੇ ਜਿਵੇਂ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਮੈਨੂੰ ਸ਼ੱਕ ਕੇਸ ਤੇ ਆ ਬਕਾਇਦਾ ਲੰਡਨ 'ਚ ਵੀ ਉੱਥੇ ਜਿਹੜੀ ਪਾਸਪੋਰਟ ਟਿਕਟ ਜੋ ਵੀਜ਼ਾ ਸਭ ਚੈੱਕ ਹੋ ਗਿਆ। ਇੱਥੇ ਜਦੋਂ ਮੈਂ ਆਇਆ ਤਾਂ ਪਾਸਪੋਰਟ ਦਿਖਾਇਆ, ਫਿਰ ਉਹ ਕਹਿੰਦੇ ਵੀਜ਼ਾ ਵੀ ਦਿਖਾਇਆ, ਪਰ ਜਦੋਂ ਵੀਜ਼ਾ ਦਿਖਾਇਆ ਤਾਂ ਉਹ ਕਹਿੰਦੇ ਵੀਜ਼ਾ ਸਸਪੈਂਡ ਹੋਇਆ ਲੱਗਦਾ ਆ ਜਿਹੜਾ ਤੁਹਾਡਾ OCI ਆ ਵੀ ਇਹਦੇ ਥੋੜ੍ਹਾ ਸਾਨੂੰ ਪੁਸ਼ਟੀ ਕਰਨੀ ਪੈਣੀ ਤਾਂ ਤੁਸੀਂ 10 ਮਿੰਟ ਪਾਸੇ ਬੈਠ ਜਾਓ ਜੀ, 10-15 ਮਿੰਟ। ਤੇ ਫਿਰ ਇਹਨਾਂ ਨੇ ਵੀ ਇੱਧਰ ਉੱਧਰ ਵਿਚਾਰੇ ਇਹਨਾਂ ਨੂੰ ਵੀ ਤਕਲੀਫ ਹੋਈ, ਪਰਿਵਾਰ ਨੂੰ ਇੱਧਰ ਉੱਧਰ ਫੋਨ ਕਰੋ, ਇਹਨੂੰ ਕਰੋ ਉਹਨੂੰ ਕਰੋ, ਜਦ ਤੱਕ ਸਾਰੇ ਪਾਸੇ ਇਹਦਾ ਜੇ ਕਹਿ ਲਓ ਖਬਰ ਫੈਲ ਗਈ ਸੀ ਮੇਰੇ ਏਅਰਪੋਰਟ 'ਤੇ ਬੈਠੇ ਹੀ। ਤਾਂ ਮੈਂ ਬਹੁਤ ਰਿਣੀ ਹਾਂ, ਧੰਨਵਾਦੀ ਹਾਂ ਜਿਹੜੇ ਸਾਡੇ ਸ਼ੁਭਚਿੰਤਕ ਨੇ। ਕਿਸਾਨਾਂ ਦੇ ਇੱਥੇ ਲਾਠੀਆਂ ਵਰੀਆਂ ਸੀ ਤਾਂ ਉਦੋਂ ਵੀ ਇਹ ਬੰਦਾ ਉੱਥੇ ਖੜਾ ਸੀਗਾ, ਮੈਨੂੰ ਬਹੁਤ ਸਾਰਾ ਪਿਆਰ ਮਿਲਿਆ। ਪਰ ਮੈਨੂੰ ਇਸ ਗੱਲ ਦਾ ਵੀ ਇਲਮ ਆ ਵੀ ਕੁਛ ਲੋਕਾਂ ਨੂੰ ਬੇਹੱਦ ਜੋ ਨਫ਼ਰਤ ਭਰੇ ਜਿਹੜੇ ਵਿਅਕਤੀ ਸੀ ਉਹਨਾਂ ਨੇ ਸ਼ਿਕਾਇਤਾਂ ਵੀ ਦਰਜ ਬਕਾਇਦਾ ਕੀਤੀਆਂ। ਉਹਨਾਂ ਨੇ ਕਿਹਾ ਕਿ ਦੇਖੋ ਇਹ ਬੰਦੇ ਦਾ ਵੀਜ਼ਾ ਜਿਹੜਾ ਰੱਦ ਕੀਤਾ ਜਾਣਾ ਚਾਹੀਦਾ ਵਗੈਰਾ। ਉਹਨਾਂ ਨੂੰ ਵੀ ਇਹਨਾਂ ਨੇ ਬਖਸ਼ਿਆ ਸੀ ਵੀ ਜੇ ਕੋਈ ਸਿੱਖ ਕੋਈ ਆਵਾਜ਼ ਉਠਾਉਂਦਾ ਤਾਂ ਇਹ ਇਹਨਾਂ ਨੂੰ ਚੱਕ ਕੇ ਖਾਲਿਸਤਾਨੀ ਕਹਿ ਦਿੰਦੇ, ਜੇ ਕੋਈ ਮੁਸਲਮਾਨ ਆਵਾਜ਼ ਉਠਾਉਂਦਾ ਤਾਂ ਉਹਨਾਂ ਨੂੰ ਇਹ ਪਾਕਿਸਤਾਨੀ ਕਹਿ ਦਿੰਦੇ ਆ, ਜੇ ਕੋਈ ਈਸਾਈ ਆਵਾਜ਼ ਉਠਾਉਂਦਾ ਤਾਂ ਉਹਨਾਂ ਨੂੰ ਇਹ ਫਰੰਗੀ ਕਹਿ ਦਿੰਦੇ। ਮੈਂ ਕਿਹਾ ਇਹ ਕੋਈ ਤੁੱਕ ਨਹੀਂ ਬਣਦਾ ਇਹਨਾਂ ਗੱਲਾਂ ਦਾ। ਉਹ ਕਿਉਂਕਿ ਸਿੱਧੂ ਮੂਸੇਵਾਲੇ ਜੀ ਉੱਥੇ ਮੈਨੂੰ ਪਤਾ ਵੀ ਪੰਜਾਬੀ ਗਾਇਕੀ ਲਈ ਬਹੁਤ ਮਸ਼ਹੂਰ ਨੇ ਦੁਨੀਆ ਭਰ ਦੇ ਵਿੱਚ, ਪਰ ਇਸ ਦੇ ਨਾਲ ਉਹ UK ਦਾ ਜਿਹੜੀ ਰੈਜ਼ੀਡੈਂਸ ਜਿਹੜੀ ਪਰਮਿਟ ਸੀ ਉਹਨਾਂ ਕੋਲ ਸੀਗੀ। ਸੋ ਜਦੋਂ ਉਹਨਾਂ ਦੇ ਮਾਤਾ ਪਿਤਾ ਵੀ ਉੱਥੇ ਬਤੌਰ ਸਾਨੂੰ ਮਿਲਣ ਜਿਹੜਾ UK ਦੀ ਪਾਰਲੀਮੈਂਟ ਦੇ ਵਿੱਚ ਆਏ, 2 ਦਫਾ ਆਏ ਨੇਗੇ, ਮੈਂ ਉਹਨਾਂ ਦੀ ਵੀ ਗੱਲ ਬੜੇ ਧਿਆਨ ਨਾਲ ਸੁਣ ਕੇ ਤਾਂ ਫਿਰ ਉਹ ਵਿਦੇਸ਼ ਮੰਤਰੀ ਨੂੰ ਵੀ ਸਵਾਲ ਕੀਤਾ ਸੀਗਾ ਕਿ ਤੁਸੀਂ ਇਸ ਗੱਲ ਦੇ ਬਾਰੇ ਕੋਈ ਇਹਦਾ ਕੋਈ ਜਿਹੜੀ ਲੋੜੀਂਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਜਦੋਂ ਹੁਣ ਅੱਜ ਵੀ ਮੈਂ ਦੇਖਿਆ ਤਾਂ ਮੈਨੂੰ ਪਤਾ ਜਿਹੜਾ ਅਕਾਲ ਚੈਨਲ ਅਕਾਲ ਏਡ ਆ ਬਹੁਤ ਤੁਸੀਂ ਵਧੀਆ ਕੰਮ ਕਰ ਰਹੇ ਹੋ। ਉੱਥੇ ਕੂਨਰ ਸਾਹਿਬ ਨੇ, ਸੁਖਦੇਵ ਸਿੰਘ ਹੁਣੀ ਆ, ਪਾਲ ਸਿੰਘ ਜੀ ਹੁਣੀ, ਜਿਹੜੀ ਤੁਹਾਡੀ ਟੀਮ ਹੈਗੀ ਆ ਉੱਥੇ, ਉਹ ਤੁਸੀਂ ਸਮੇਂ 'ਤੇ ਉੱਧਰੋਂ ਮਾਇਆ ਵੀ ਇਕੱਤਰ ਹੁੰਦੀ ਆ, ਉਹ ਇੱਥੇ ਆ ਕੇ ਵੀ ਲੱਗਦੀ ਆ। ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੇਜਿੰਦਰ ਸਿੰਘ। ਅੱਜ ਉਸ MP ਦੀ ਗੱਲ ਕਰਾਂਗੇ ਜਿਹੜਾ ਕੁਝ ਦਿਨ ਪਹਿਲਾਂ ਪੰਜਾਬ ਦੀ ਧਰਤੀ ਤੇ ਪਹੁੰਚਦਾ ਵਾ, ਸਾਬਤ ਸੂਰਤ ਸਿੱਖ ਹੋਣ ਦਾ ਮਾਣ ਪ੍ਰਾਪਤ ਹੋਇਆ ਉਹਨੂੰ, ਖਾਸ ਕਰਕੇ ਇੰਗਲੈਂਡ ਦੇ ਵਿੱਚ ਸਰਦਾਰ ਤਰਨਜੀਤ ਸਿੰਘ ਢੇਸੀ ਨੂੰ। ਪਰ ਜਦੋਂ ਪੰਜਾਬ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਨੂੰ ਏਅਰਪੋਰਟ ਤੇ ਰੋਕ ਲਿਆ ਜਾਂਦਾ ਵਾ। ਜੇ ਆਪਾਂ ਥੋੜ੍ਹਾ ਪਿੱਛੇ ਗੱਲ ਕਰਦੇ ਹਾਂ ਤੇ ਕਿਸਾਨੀ ਅੰਦੋਲਨ ਚੱਲਿਆ, ਉਹਦੇ 'ਚ ਉਹਨਾਂ ਆਵਾਜ਼ ਬੁਲੰਦ ਕੀਤੀ ਤੇ ਸਮੇਂ ਤੇ ਉਹ ਪੰਜਾਬੀਆਂ ਦੀ ਆਵਾਜ਼ ਉੱਥੇ ਵੀ ਬੁਲੰਦ ਕਰਦੇ ਆ। ਖਾਸ ਕਰਕੇ ਉਹ ਆਪਣੇ ਪੰਜਾਬ ਦੀ ਪੰਜਾਬੀਅਤ ਦੀ ਤੇ ਆਮ ਲੋਕਾਂ ਦੀ, ਜਿਨ੍ਹਾਂ ਨੇ ਉਹਨਾਂ ਨੂੰ MP ਬਣਾਇਆ, ਉਹਨਾਂ ਦੀ ਆਵਾਜ਼ ਹੀ ਬੁਲੰਦ ਕਰਦੇ ਆ। ਅੱਜ ਸਾਡੇ ਨਾਲ ਹੀ ਆ, ਗੱਲਬਾਤ ਕਰਦੇ ਆ। ਤਰਨਜੀਤ ਸਿੰਘ ਢੇਸੀ ਵੱਲੋਂ ਫਤਿਹ ਸਾਂਝ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਜਿੰਦਰ ਸਿੰਘ ਜੀ ਬਹੁਤ ਖੁਸ਼ੀ ਹੋਈ ਅੱਜ ਆਪਾਂ ਫਿਰ ਤੁਹਾਡੀ ਟੀਮ ਦੇ ਅਕਾਲ ਚੈਨਲ, ਮੈਨੂੰ ਪਤਾ ਉੱਧਰ ਵੀ UK ਦੇ ਵਿੱਚ ਵੀ ਬਹੁਤ ਸੇਵਾਵਾਂ ਨਿਭਾ ਰਿਹਾ ਆ, ਪਰ ਇਸ ਵਾਰ ਜਿਹੜੀ ਮੇਰੀ ਇੱਥੇ ਪੰਜਾਬ ਦੀ ਫੇਰੀ ਦੇ ਦੌਰਾਨ ਆਪਣੀ ਫਿਰ ਤੁਹਾਡੇ ਜ਼ਰੀਏ ਜਿਹੜੇ ਅਕਾਲ ਚੈਨਲ ਦੇ ਜਿੰਨੇ ਵੀ ਦੁਨੀਆ ਭਰ 'ਚ ਦਰਸ਼ਕ ਨੇ ਉਹਨਾਂ ਦੇ ਰੂਬਰੂ ਹੋਣ ਜਾ ਰਹੇ ਹਾਂ। ਤਾਂ ਮੇਰੇ ਨਾਲ ਮੇਰੇ ਚਾਚਾ ਜੀ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਦਮਪੁਰ ਤੋਂ, ਉਹ ਵੀ ਆਏ ਹੋਏ ਨੇ। ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਵੀ ਤੁਹਾਡੇ ਨਾਲ ਮੈਂ ਗੱਲਬਾਤ ਕਰਦਾ ਹਾਂ। ਜਿਹੜੇ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਜਿਹੜੇ ਮਸਲੇ ਹੁੰਦੇ ਨੇ ਉਹਨਾਂ ਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ। ਅਤੇ ਅੱਜ ਆਪਾਂ ਦੇਖਿਆ ਚਲੋ ਆਪਾਂ ਹਰੀਕੇ ਵੀ ਹੈਗੇ ਹਾਂ, ਪਰ ਚਲੋ ਸਵਾਲ ਜਵਾਬ ਮੈਂ ਤੁਹਾਨੂੰ ਕਰ ਦਿੰਦਾ, ਫਿਰ ਆਪਾਂ ਸ਼ੁਰੂਆਤ ਕਰਦੇ ਹਾਂ। ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਨਿੱਜੀ ਫੇਰੀ ਆ ਕਿ ਜਾਂ ਪਾਰਟੀ ਵੱਲੋਂ ਕੁਛ ਕਾਰਨ ਕਰਕੇ? ਇਹ ਦੇਖੋ ਜੀ ਤੇਜਿੰਦਰ ਸਿੰਘ ਜੀ, ਮੇਰੀ ਹੈਗੀ ਤਾਂ ਇਹ ਨਿੱਜੀ ਫੇਰੀ ਸੀ। ਮੈਂ ਤਾਂ ਚਾਚਾ ਜੀ ਉਹਨਾਂ ਨੂੰ, ਰਾਏਪੁਰ ਸਾਹਿਬ ਨੂੰ, ਅਤੇ ਸਾਡੇ ਪਿਤਾ ਜੀ ਜਸਪਾਲ ਸਿੰਘ ਜੀ ਢੇਸੀ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਸੀ ਵੀ ਐਤਕੀ ਕਿਸ ਨੂੰ ਦੱਸਿਓ ਨਾ ਕੁਛ। ਆਪਾਂ ਉੱਧਰ ਦੀ ਜਿਹੜੀ ਮਸਰੂਫੀਅਤ, ਜਿਹੜੇ ਰੁਝੇਵੇਂ ਹੀ ਇੰਨੇ ਰਹੇ ਸੀਗੇ ਵੀ ਚਾਹੇ ਉੱਧਰ ਪਾਰਲੀਮੈਂਟ ਦੇ, ਫਿਰ ਇੱਕ ਹਫ਼ਤਾ ਉੱਧਰ ਅਫਰੀਕਾ ਜਾਣਾ ਪਿਆ, ਇੱਕ ਹਫ਼ਤਾ ਫਿਰ ਉੱਧਰ ਸਰਬੀਆ ਵੀ ਗਏ ਸੀਗੇ। ਤਾਂ ਪਾਰਲੀਮੈਂਟ ਜਿਹੜਾ ਸਦਨ ਦਾ ਜੋ ਸੈਸ਼ਨ ਚੱਲ ਰਿਹਾ ਸੀ, ਸੋ ਮੈਂ ਚਾਹੁੰਦਾ ਸੀਗਾ ਵੀ ਕੁਛ ਦਿਨ ਜਿਹੜੇ ਹੈਗੇ ਆ ਇੱਥੇ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਬਤੀਤ ਕਰੀਏ। ਬੱਚਿਆਂ ਨੂੰ ਵੀ ਜਿੱਦਾਂ ਪਿਛਲੀ ਵਾਰੀ ਆਪਾਂ ਹਰ ਸਾਲ ਲੈ ਕੇ ਜਾਂਦੇ ਹਾਂ
ਪਿੰਡ ਲੈ ਕੇ ਜਾਈਏ, ਪਿੰਡ ਆਪਣਾ ਰਾਏਪੁਰ, ਜਿਹੜਾ ਰਾਏਪੁਰ ਫਰੋਲਾ ਹੈਗਾ ਆ, ਉੱਥੇ ਲੈ ਕੇ ਜਾਣਾ, ਉਹਨਾਂ ਨੂੰ ਖੂਹ 'ਤੇ ਲੈ ਕੇ ਜਾਣਾ, ਉੱਥੇ ਬੰਬੀ 'ਤੇ ਲੈ ਕੇ ਜਾਣਾ, ਥੋੜ੍ਹਾ ਬਹੁਤਾ ਉਹਨਾਂ ਨੂੰ ਵੀ ਇੱਥੇ ਦੇ ਨਾਲ ਲਗਾਓ ਹੋਵੇ। ਜਿੱਦਾਂ ਸੀ ਕਿ ਅਸੀਂ ਨਾ ਦੱਸੀਏ, ਪਰ ਇੱਥੋਂ ਦੀਆਂ ਜੇ ਸਰਕਾਰੀ ਏਜੰਸੀਆਂ ਦੀ ਗੱਲ ਕਰੀਏ, ਉਹਨਾਂ ਨੇ ਬਾਅਦ ਦੱਸਤਾ ਕਿ ਤਰਨਮਨਜੀਤ ਸਿੰਘ ਢੇਸੀ ਦੀ ਦਸਤਕ ਦੇ ਚੁੱਕੇ ਆ ਪੰਜਾਬ ਦੇ ਵਿੱਚ, ਤੇ ਮੀਡੀਆ ਦੇ ਰੂਬਰੂ ਹੋਣ ਜਾ ਰਹੇ ਆ, ਛੇਤੀ ਆਜੋ ਕਰਨ ਵਾਸਤੇ। ਇਹ ਦੇਖੋ, ਐਤਕੀ ਤਾਂ ਜਿੰਦਰ ਸਿੰਘ ਤੁਹਾਨੂੰ ਵੀ ਪਤਾ, ਨਹੀਂ ਤਾਂ ਮੈਂ ਆਪਣੀ ਗੱਲਬਾਤ ਹੁੰਦੀ ਆ ਵੀ ਚਲੋ ਆਪਾਂ ਕਿਤੇ ਨਾ ਕਿਤੇ ਆਪਾਂ ਮਿਲਦੇ ਹਾਂ, ਪਰ ਇਸ ਦਫਾ ਕੁਛ ਉਲਟਾ ਹੀ ਕੰਮ ਹੋ ਗਿਆ, ਕਿਉਂਕਿ ਮੈਂ ਜਦੋਂ 에ਅਰਪੋਰਟ ਉੱਥੇ ਆਇਆ, ਮੇਰੀ ਸਿੱਧੀ ਉਡਾਨ ਜਿਹੜੀ ਲੰਡਨ ਤੋਂ ਸੀਗੀ, ਅਤੇ ਉੱਥੋਂ 에ਅਰ ਇੰਡੀਆ ਦੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਆਈ, ਉਹ ਬਕਾਇਦਾ ਲੰਡਨ 'ਚ ਵੀ ਉੱਥੇ ਜਿਹੜੀ ਪਾਸਪੋਰਟ, ਟਿਕਟ, ਜੋ ਵੀਜ਼ਾ ਸਭ ਚੈੱਕ ਹੋ ਗਿਆ। ਇੱਥੇ ਜਦੋਂ ਮੈਂ ਆਇਆ ਤਾਂ ਪਾਸਪੋਰਟ ਦਿਖਾਇਆ, ਫਿਰ ਉਹ ਕਹਿੰਦੇ ਵੀਜ਼ਾ ਵੀ ਦਿਖਾਇਆ, ਪਰ ਜਦੋਂ ਵੀਜ਼ਾ ਦਿਖਾਇਆ ਤਾਂ ਉਹ ਕਹਿੰਦੇ ਵੀਜ਼ਾ ਸਸਪੈਂਡ ਹੋਇਆ ਲੱਗਦਾ ਆ, ਜਿਹੜਾ ਤੁਹਾਡਾ OCI ਆ, ਵੀ ਇਹਦੇ ਥੋੜ੍ਹਾ ਸਾਨੂੰ ਪੁਸ਼ਟੀ ਕਰਨੀ ਪੈਣੀ, ਤਾਂ ਤੁਸੀਂ 10 ਕੁ ਮਿੰਟ ਪਾਸੇ ਬੈਠ ਜਾਓ ਜੀ, 10-15 ਮਿੰਟ। ਫਿਰ ਜਦੋਂ ਮੈਨੂੰ ਇਸ ਗੱਲ ਦਾ ਇਲਮ ਹੋਇਆ ਤਾਂ ਫਿਰ ਮੈਂ ਸਾਡੇ ਚਾਚਾ ਜੀ ਰਾਏਪੁਰ ਸਾਹਿਬ, ਉਹਨਾਂ ਨੂੰ ਮੈਂ ਫੋਨ ਘੁਮਾਇਆ, ਅਤੇ ਸਾਡੇ ਪਿਤਾ ਜੀ ਉਹਨਾਂ ਨੂੰ, ਜਸਪਾਲ ਸਿੰਘ ਜੀ ਉਹਨਾਂ ਨੂੰ ਘੁਮਾਇਆ। ਮੈਂ ਕਿਹਾ ਵੀ ਮੈਨੂੰ ਪਤਾ ਤੁਸੀਂ ਉੱਥੇ ਬਾਹਰ ਉਡੀਕ ਕਰ ਰਹੇ ਆ, ਪਰ ਇੱਥੇ ਤਾਂ ਕੁਛ ਹੋਰ ਹੀ ਮਸਲਾ ਹੈਗਾ ਆ। ਇੱਥੇ ਮੈਨੂੰ ਇਹ ਕਿਹਾ ਗਿਆ ਆ ਵੀ ਤੁਹਾਡਾ ਲੱਗਦਾ ਆ ਵੀ ਜਿਹੜਾ OCI ਆ, ਜਿਹੜਾ ਵੀਜ਼ਾ ਆ, ਉਹ ਸਸਪੈਂਡ ਕੀਤਾ ਹੋਇਆ ਆ। ਅਤੇ ਫਿਰ ਇਹਨਾਂ ਨੇ ਵੀ ਇੱਧਰ ਉੱਧਰ ਵਿਚਾਰੇ, ਇਹਨਾਂ ਨੂੰ ਵੀ ਤਕਲੀਫ ਹੋਈ, ਪਰਿਵਾਰ ਨੂੰ ਇੱਧਰ ਉੱਧਰ ਫੋਨ ਕਰੋ, ਇਹਨੂੰ ਕਰੋ, ਉਹਨੂੰ ਕਰੋ, ਜਦ ਤੱਕ ਸਾਰੇ ਪਾਸੇ ਇਹਦਾ ਜੇ ਕਹਿ ਲਓ ਖਬਰ ਫੈਲ ਗਈ ਸੀ ਮੇਰੇ 에ਅਰਪੋਰਟ 'ਤੇ ਬੈਠੇ ਬੈਠੇ ਹੀ। ਤਾਂ ਮੈਂ ਬਹੁਤ ਬਹੁਤ ਰਿਣੀ ਹਾਂ, ਧੰਨਵਾਦੀ ਹਾਂ ਜਿਹੜੇ ਸਾਡੇ ਸ਼ੁਭ ਚਿੰਤਕ ਨੇ, ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਨਾਲ, ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਦੇ ਨਾਲ, ਜਿੰਨੇ ਵੀ ਉਹ ਸਮਾਜ ਸੇਵੀ ਸੰਸਥਾਵਾਂ ਆ, ਉਹ ਜਿਨ੍ਹਾਂ ਨੇ ਵੀ ਇਸ ਨਾ ਚੀਜ਼ ਦੀ ਤਰਫਦਾਰੀ ਕੀਤੀ ਸਰਕਾਰ ਤੱਕ, ਉੱਥੇ ਦਿੱਲੀ ਤੱਕ, ਤਾਂ ਫਿਰ ਉਹਨਾਂ ਨੇ ਉਸ 'ਤੇ ਬਕਾਇਦਾ ਜੋ ਕਾਰਵਾਈ ਹੁੰਦੀ ਹੋਈ, ਤਾਂ ਉਹਨਾਂ ਨੇ ਫਿਰ 2.5 ਘੰਟਿਆਂ ਬਾਅਦ ਜਦੋਂ ਆਪਣੇ ਪੁੱਛ ਪੜਤਾਲ ਕਰ ਲਈ, 10 ਕੁ ਮਿੰਟ ਸੀ ਤੇ 2.5 ਘੰਟੇ ਦੀ ਪੁੱਛ ਪੜਤਾਲ ਹੋਈ ਜੀ। ਉਸ ਤੋਂ ਬਾਅਦ ਉਹਨਾਂ ਨੇ ਥੋੜ੍ਹਾ ਬਹੁਤਾ ਜਿਹੜੇ ਸਵਾਲ ਸੀਗੇ ਉਹਨਾਂ ਦੇ, ਵੀ ਤੁਸੀਂ ਕਿੰਨੇ ਦਿਨਾਂ ਲਈ ਆਏ ਹੋ, ਅਤੇ ਇੱਥੇ ਤੁਹਾਡਾ ਤੁਸੀਂ ਪਿਛਲੀ ਦਫਾ ਕਦੋਂ ਆਏ ਸੀ? ਮੈਂ ਕਿਹਾ ਪਿਛਲੇ ਸਾਲ ਵੀ ਆਇਆ ਸੀਗਾ ਜੀ, ਮੈਂ ਤਾਂ ਹਰ ਸਾਲ ਆਉਂਦਾ। ਮੈਨੂੰ ਇਸ ਗੱਲ ਦਾ ਪਤਾ ਨਹੀਂ ਵੀ ਇਹ ਕਿਉਂ ਐਤਕੀ ਤਕਲੀਫ ਆ ਰਹੀ ਹੈ, ਕਿਉਂਕਿ ਇਹ ਮੇਰਾ ਜਨਮ ਭਾਵੇਂ ਉਧਰ ਸਲਾਹੋ ਇਲਾਕੇ ਦਾ ਆ, ਜਿਸ ਸ਼ਹਿਰ ਦੀ ਹੁਣ ਮੈਂ ਨੁਮਾਇੰਦਗੀ ਕਰਦਾ ਹਾਂ UK ਦੇ ਵਿੱਚ, ਪਰ ਮੈਂ 4-5 ਸਾਲ ਇੱਥੇ ਵੀ ਪੜ੍ਹ ਚੁੱਕਾ। ਜਿਵੇਂ ਤੁਹਾਨੂੰ ਵੀ ਇਲਮ ਆ, ਇੱਥੇ ਪੰਜਾਬੀਆਂ ਨੂੰ ਵੀ ਇਸ ਗੱਲ ਦਾ ਪੂਰਾ ਇਲਮ ਆ ਵੀ ਇਹ ਨਹੀਂਗਾ ਵੀ ਇਹ ਉਹ ਚਾਹੇ UK ਦਾ ਜੰਮਪਲ ਬੱਚਾ ਆ, ਪਰ ਇਹ ਸਾਡੇ ਮਾਂ-ਬਾਪ ਦੀ, ਜਿਹੜੇ ਸਾਡੇ ਰਿਸ਼ਤੇਦਾਰਾਂ ਦੀ, ਬਜ਼ੁਰਗਾਂ ਦੀ ਜਿਹੜੀ ਇਹ ਦੇਣ ਆ, ਕਿ ਜੋ ਇੱਥੇ ਵੀ ਪੰਜਾਬੀ ਦੇ ਨਾਲ, ਸਿੱਖੀ ਦੇ ਨਾਲ ਵੀ ਜੁੜੇ ਰਹਿਣਾ। ਤਾਂ ਇਹ ਅੜਾਣਾ ਕਹਿਣ 'ਚ ਕੋਈ ਮੈਨੂੰ ਤਕਲੀਫ ਨਹੀਂ ਆਉਂਦੀ। ਇੱਥੇ ਜਦੋਂ 4-5 ਸਾਲ ਬੰਦਾ ਰਹਿ ਪੈਂਦਾ ਆ, ਬੱਚਿਆਂ ਦੇ ਤੌਰ 'ਤੇ ਤੁਸੀਂ ਉਹ ਪੜ੍ਹਦੇ ਆ, ਤਾਂ ਮੈਂ ਕਿਹਾ ਵੀ ਇਹ ਦੇਖੋ, ਮੈਂ ਇੱਥੇ 4-5 ਸਾਲ ਪੜ੍ਹ ਵੀ ਚੁੱਕਾ ਹਾਂ। ਮੈਂ ਤਾਂ ਆਪਣੇ ਵੀ ਬੱਚੇ ਜਿਹੜੇ ਇੱਥੇ ਆ 2-4 ਸਾਲ ਇੱਥੇ, ਉਹਨਾਂ ਨੂੰ ਵੀ ਪੜ੍ਹਨ ਪਾਇਆ ਸੀਗਾ, ਤਾਂ ਕਿ ਉਹਨਾਂ ਨੂੰ ਵੀ ਪੰਜਾਬ ਦੇ ਨਾਲ, ਜੀ ਬਿਲਕੁਲ। ਅਤੇ ਵੀ ਮੇਰਾ ਜਿਹੜਾ ਇੱਥੇ ਇੰਡੀਆ ਆਉਣਾ, ਵੀ ਇਹ ਮੈਨੂੰ ਤਾਂ ਇਹ ਪਤਾ ਨਹੀਂ ਗਾ ਵੀ ਜਿਹੜੇ ਸ਼ਿਕਾਇਤ ਕਰਤਾ, ਚਲੋ ਇਹ ਉਹੀ ਜਾਣਨ ਵੀ ਉਹਨਾਂ ਨੂੰ ਕੀ ਤਕਲੀਫ ਹੈਗੀ ਆ। ਕਿ 2.5 ਘੰਟੇ ਰੋਕਣ ਦਾ ਕਾਰਨ ਕੀ ਸੀ? ਕਿਉਂਕਿ ਇੱਕ ਆਮ ਬੰਦੇ ਨੂੰ ਰੋਕਣ ਨਾਲ ਕੋਈ ਗੱਲ ਨਹੀਂ। ਉਹਦਾ ਢੇਸੀ ਸਾਹਿਬ, ਮੈਂ ਵੀ 1.5 ਕੁ ਮਹੀਨਾ ਆਸਟ੍ਰੇਲੀਆ ਅੰਕਲ ਜੀ ਲਾ ਕੇ ਆਇਆ, ਅਤੇ 45 ਕੁ ਮਿੰਟ 1 ਘੰਟਾ ਮੈਨੂੰ ਵੀ ਰੋਕਿਆ ਗਿਆ ਸੀ। ਦੱਸਦੇ ਤਾਂ ਵੈਸੇ ਮੈਨੂੰ ਵੀ ਕੁਛ ਨਹੀਂ, ਤੁਸੀਂ ਇਹ ਦੱਸਿਓ ਕਿ ਤੁਹਾਨੂੰ ਦੱਸਿਆ ਕਿ ਕਾਰਨ ਕੀ ਸੀ? ਵੀਜ਼ਾ ਠੀਕ ਪਾਇਆ ਗਿਆ? ਕਿਉਂਕਿ ਅਧਿਕਾਰੀ ਦਾ ਵੀਜ਼ਾ ਵੇਖ ਕੇ ਦੱਸ ਦੇਣ ਕਿ ਵੀਜ਼ਾ ਹੈਗਾ, ਅਤੇ ਨਾਲੇ ਤਨਮਨ ਢੇਸੀ ਦਾ ਤੇ ਕੋਈ ਜਾਣ ਪਛਾਣ ਦਾ ਮੁਹਤਾਜ ਤੇ ਹੈ ਨਹੀਂ ਸੀ। ਉਹ ਤਾਂ ਪਹਿਲਾਂ ਹੀ ਪਤਾ ਲੱਗ ਜਾਣਾ ਕਿ ਤਨਮਨ ਉਤਰ ਗਿਆ ਇੱਥੇ ਅਤੇ ਵੀਜ਼ਾ ਹੈਗਾ ਵਾ, ਜਾਓ ਜੀ। ਤੁਹਾਨੂੰ ਤਾਂ ਸਗੋਂ 2 ਗਨਮੈਨ ਦੇ ਦੇਣੇ ਚਾਹੀਦੇ ਸੀ ਉੱਥੋਂ, ਕਿ ਤੁਸੀਂ ਪੰਜਾਬ ਦੇ ਵਿੱਚ ਰਹੇ ਹੋ। ਇੱਥੇ ਤਾਂ ਸਾਡੇ ਵਰਗਾ ਜਿਹੜਾ ਮਾੜਾ ਜਾਂ ਕੋਈ ਢੰਡੋਰਾ ਪਿੱਟ ਦੇ ਕੇ ਪਾਰਟੀ ਬਾਰੇ ਬੋਲ ਦਿੰਦੇ ਆ ਨਾ, ਅਤੇ 5-5 7 ਗਨਮੈਨ ਲੈ ਲੈਂਦੇ ਆ। ਤੇਜਿੰਦਰ ਸਿੰਘ ਜੀ, ਕੋਈ ਮਾੜਾ ਨਹੀਂਗਾ, ਪਰ ਤੁਹਾਡੇ ਪਿਆਰ ਭਰੇ ਅਲਫਾਜ਼ਾਂ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ। ਇਹ ਜਦੋਂ ਮੈਂ ਆਇਆ ਤਾਂ ਜਦੋਂ ਇਹ ਗੱਲ ਹੋਈ ਤਾਂ ਉਹ ਕਹਿੰਦੇ 2.5 ਘੰਟਿਆਂ ਬਾਅਦ ਦੇਖੋ ਹੁਣ ਸਭ ਕਲੀਅਰੈਂਸ ਹੋ ਗਈ ਹੈ ਜੀ, ਅਤੇ ਹੁਣ ਉਹ ਬਕਾਇਦਾ ਮੈਨੂੰ ਬਾਹਰ ਛੱਡਣ ਆਏ। ਤਾਂ ਫਿਰ ਉੱਥੋਂ ਮੈਂ ਰਵਾਨਗੀ ਲਈ, ਅਤੇ ਚਲੋ ਜਿਹੜੇ ਵੀ ਸ਼ਿਕਾਇਤ ਕਰਤਾ ਸੀਗੇ ਉਹ ਉਹਨਾਂ ਦੇ ਬਿਨਾਂ, ਅਤੇ ਜਿਵੇਂ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਮੈਨੂੰ ਸ਼ੱਕ ਕੇਸ 'ਤੇ ਆ। ਮੈਂ ਜਦੋਂ ਵਾਪਸ ਆਉਂਦਾ ਸੀਗਾ, ਹਜੇ ਤੱਕ ਤਾਂ ਘਰੇ ਵੀ ਨਹੀਂ ਪਹੁੰਚੇ ਸੀ, ਵੀ ਉਹ ਸਾਰੇ ਪਾਸੇ ਜਿੱਦਾਂ ਅੱਗ ਵਾਂਗ ਜਿੱਦਾਂ ਖਬਰ ਜਿਹੜੀ ਫੈਲ ਗਈ ਸੀ। ਅਤੇ ਕੁਛ ਜਿਹੜੇ ਮੀਡੀਆ ਦੇ, ਚਾਹੇ ਉਹ ਅਖਬਾਰਾਂ, ਉਹ ਗਲਤ ਵੀ ਖਬਰਾਂ ਜੋ ਦੇ ਰਹੇ ਸੀ ਕਿ MP ਦੇ ਕੋਲ ਦਸਤਾਵੇਜ਼ ਨਹੀਂ ਸੀ ਪੂਰੇ, ਜਾਂ ਪੂਰੇ ਕਾਗਜ਼ ਪੱਤਰ ਨਹੀਂ ਸੀ, ਉਹਨਾਂ ਕੋਲ ਆਹ ਨਹੀਂ ਸੀ, ਉਹ ਨਹੀਂ ਸੀ। ਅਤੇ ਫਿਰ ਮੈਂ ਸੋਚਿਆ ਵੀ ਇਹਨਾਂ ਨੇ ਤਾਂ ਬੰਦੇ ਨੂੰ ਬੇਵਕੂਫੀ ਸਾਬਿਤ ਕਰ ਦੇਣਾ ਆ, ਭਈ ਅੱਧੀ ਦੁਨੀਆ ਗਾਹ ਮਾਰੀ ਆ, ਵੀ ਹੁਣ ਤੱਕ ਤਾਂ ਸਾਨੂੰ ਇੰਨਾ ਤਾਂ ਪਤਾ ਆ ਵੀ ਪਾਸਪੋਰਟ, ਟਿਕਟ ਤਾਂ ਵੀਜ਼ੇ ਤੋਂ ਬਗੈਰ ਤੁਸੀਂ ਨਹੀਂ ਜੋ ਸਫ਼ਰ ਕਰ ਸਕਦੇ। ਸੋ ਬਕਾਇਦਾ ਮੇਰੇ ਕੋਲ ਸਾਰੇ ਦਸਤਾਵੇਜ਼ ਸੀਗੇ।
ਫਿਰ ਮੈਂ ਉੱਥੇ ਘਰੇ ਜਦੋਂ 7-8 ਵਜੇ ਬੈਠ ਕੇ ਤਾਂ ਫਿਰ ਮੈਂ ਆਪਣੇ ਜਿਹੜਾ ਟੈਨ ਢੇਸੀ ਜਿਹੜਾ ਫੇਸਬੁੱਕ ਆ, ਟਵਿੱਟਰ ਆ, ਇੰਸਟਾਗ੍ਰਾਮ, ਫਿਰ ਉਹ 'ਤੇ ਮੈਂ ਆਪਣਾ ਬਿਆਨ ਦਰਜ ਕੀਤਾ ਕਿ ਪਿਛਲੇ ਸਾਲ ਤੁਹਾਡਾ ਸਾਰਿਆਂ ਦਾ, ਪੰਜਾਬੀਆਂ ਦਾ ਤਾਂ ਮੈਂ ਦੇਣਾ ਨਹੀਂ ਦੇ ਸਕਦਾ ਵੀ ਜਿੰਨਾ ਤੁਸੀਂ ਪਿਆਰ ਬਖਸ਼ਿਆ ਇਸ ਨਾਲ ਚੀਜ਼ ਨੂੰ, ਅਤੇ ਉਹਨਾਂ ਨੇ ਕਦਰ ਕੀਤੀ, ਕਦਰ ਪਾਈ ਕਿ ਜਿਹੜਾ ਮਨੁੱਖੀ ਅਧਿਕਾਰਾਂ 'ਤੇ ਮੈਂ ਹਮੇਸ਼ਾ ਬੋਲਦਾ ਰਿਹਾ ਹਾਂ। ਉੱਥੇ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਕਿਸਾਨਾਂ 'ਤੇ ਇੱਥੇ ਲਾਠੀਆਂ ਵਰੀਆਂ ਸੀ ਤਾਂ ਉਦੋਂ ਵੀ ਇਹ ਬੰਦਾ ਉੱਥੇ ਖੜਾ ਸੀਗਾ, ਮੈਨੂੰ ਬਹੁਤ ਸਾਰਾ ਪਿਆਰ ਮਿਲਿਆ। ਪਰ ਮੈਨੂੰ ਇਸ ਗੱਲ ਦਾ ਵੀ ਇਲਮ ਆ ਵੀ ਕੁਛ ਲੋਕਾਂ ਨੂੰ ਬੇਹੱਦ ਜੋ ਨਫ਼ਰਤ ਭਰੇ ਜਿਹੜੇ ਵਿਅਕਤੀ ਸੀ ਉਹਨਾਂ ਨੇ ਸ਼ਿਕਾਇਤਾਂ ਵੀ ਦਰਜ ਬਕਾਇਦਾ ਕੀਤੀਆਂ। ਉਹਨਾਂ ਨੇ ਕਿਹਾ ਕਿ ਦੇਖੋ ਇਹ ਬੰਦੇ ਦਾ ਵੀਜ਼ਾ ਜਿਹੜਾ ਰੱਦ ਕੀਤਾ ਜਾਣਾ ਚਾਹੀਦਾ ਵਗੈਰਾ ਵਗੈਰਾ। ਸੋ ਇਹ ਵੀ ਪਿਛਲੇ ਸਾਲ ਵੀ ਕਾਰਵਾਈਆਂ ਕਈ ਹੋਈਆਂ, ਪਰ ਉਸ ਤੋਂ ਬਾਅਦ ਤਾਂ ਮੈਂ ਇੱਥੇ ਆਇਆ ਹੀ ਨਹੀਂਗਾ। ਫਿਰ ਮੈਂ ਤਦ ਹੀ ਮੈਂ ਜ਼ਿਕਰ ਕੀਤਾ ਸੀਗਾ ਕਿ ਦੇਖੋ ਇਹ ਐਤਕੀ ਜਿਹੜਾ 2.5 ਘੰਟੇ ਜਿਹੜਾ ਖੱਜਲ ਖੁਆਰ ਚਲੋ ਉਹਨਾਂ ਨੇ ਕਰ ਦਿੱਤਾ, ਇਹ ਤਾਂ ਮੇਰੇ ਵਰਗੇ ਨੂੰ ਕੀਮਤ ਅਦਾ ਕਰਨੀ ਪਈ ਕਿ ਜਿਹੜਾ ਮਨੁੱਖੀ ਅਧਿਕਾਰਾਂ 'ਤੇ ਜਿਹੜਾ ਬੋਲਦਾ ਰਿਹਾ ਆ। ਅਤੇ ਪਰ ਇਹ ਮੈਂ ਸਰਕਾਰ ਨੂੰ ਵੀ, ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦਾ ਹਾਂ ਕਿ ਤੁਸੀਂ ਜਿਹੜੇ ਸ਼ਿਕਾਇਤ ਕਰਤਾ ਉਹ ਦੇਖੋ ਵੀ ਕੌਣ ਸ਼ਿਕਾਇਤ ਕਰ ਰਿਹਾ ਆ, ਤਾਂ ਜਿਹੜੇ ਖਿਲਾਫ ਜਿਹੜੀ ਸ਼ਿਕਾਇਤ ਹੋ ਰਹੀ ਆ ਵੀ ਉਹ ਕਿਹੋ ਜਿਹਾ ਆ, ਉਹ ਕਿਸ ਪੱਖੋਂ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਵਿਚਰ ਰਿਹਾ ਆ। ਜੇ ਸਮਝ ਲਓ ਵੀ ਕੋਈ ਡਾਕਟਰ ਆ, ਕੋਈ ਪੜ੍ਹਿਆ ਲਿਖਿਆ ਆ, ਕੋਈ ਆਪਣੇ ਜੱਜ ਆ, ਜਾਂ ਕੋਈ ਮੈਂਬਰ ਆਫ ਪਾਰਲੀਮੈਂਟ ਆ, ਜੇ ਉਹਦਾ ਸਾਨੂੰ ਪੂਰਾ ਰਿਕਾਰਡ ਦੇਖਣਾ ਚਾਹੀਦਾ। ਕਿਸੇ ਨੂੰ ਵੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ, ਤਾਂ ਕਿਸੇ ਨੂੰ ਖੱਜਲ ਖੁਆਰ ਨਹੀਂ ਕੀਤਾ ਜਾਣਾ ਚਾਹੀਦਾ। ਪਰ ਇਹ ਦੇਖੋ ਇਹਨਾਂ ਵਿਅਕਤੀਆਂ ਤੋਂ ਆਪਾਂ ਨੂੰ ਸੁਚੇਤ ਰਹਿਣਾ ਪੈਣਾ ਆ। ਤਾਂ ਜਿੱਥੇ ਤੱਕ ਇਸ ਬੰਦੇ ਦਾ ਫਰਜ਼ ਆ, ਇਹ ਤਾਂ ਮਨੁੱਖੀ ਅਧਿਕਾਰਾਂ 'ਤੇ ਪਹਿਲਾਂ ਵੀ ਬੋਲਦਾ। ਸਾਨੂੰ ਸਿੱਖ ਹੋਣ ਦੇ ਨਾਤੇ ਸਾਨੂੰ ਗੁੜਤੀ 'ਚੋਂ ਜਿਹੜੀਆਂ ਇਹ ਚੀਜ਼ਾਂ ਮਿਲੀਆਂ ਆ ਕਿ ਆਪਾਂ ਉੱਥੇ ਆਪਣੇ ਹੱਕਾਂ ਲਈ ਵੀ ਖੜਨਾ, ਸੱਚ ਹੱਕ ਦੀ ਆਵਾਜ਼ ਵੀ ਆਪਾਂ ਬੁਲੰਦ ਕਰਨੀ ਆ, ਇਸ ਦੇ ਨਾਲ ਨਾਲ ਹੋਰਨਾਂ ਲਈ ਵੀ ਹੱਕਾਂ ਦੇ ਲਈ ਵੀ ਖੜਨਾ ਆ। ਤਾਂ ਤਦ ਹੀ ਮੈਂ ਇਹ ਆਪਣੇ ਬਿਆਨ ਦੇ ਵਿੱਚ ਵੀ ਇਹ ਲਿਖਿਆ ਸੀਗਾ ਕਿ ਦੇਖੋ ਵੀ ਇਹ ਤਾਂ ਜਿਹੜੀ ਕੀਮਤ ਅਦਾ ਕਰਨੀ ਪਈ ਆ ਕਿ ਜਿਹੜੇ ਸੱਚਾਈ ਬੋਲਣ ਦੀ, ਜਿਹੜੇ ਘੱਟ ਗਿਣਤੀਆਂ ਨਹੀਂ ਜਿਵੇਂ ਕਿ ਸਿੱਖ ਨੇ, ਉਹਨਾਂ ਦੇ ਹੱਕ ਦੇ ਵਿੱਚ ਜਦੋਂ ਬੋਲਣਾ, ਜਾਂ ਜਿਹੜੇ ਮਜ਼ਲੂਮਾਂ ਦੇ ਹੱਕ ਦੇ ਵਿੱਚ ਜਿਹੜਾ ਬੋਲਣਾ, ਇਹ ਜਿਹੜਾ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਿਹੜੇ ਸ਼ਿਕਾਇਤ ਕਰਤਾ ਆ, ਇਹ ਉਹਨਾਂ ਦੀ ਬਦੌਲਤ ਇਹ ਖੱਜਲ ਖੁਆਰੀ ਹੋਈ ਆ। ਤੇ ਇੱਕ ਗੱਲ ਦੱਸ ਦਿਓ, ਉਸ ਟਾਈਮ ਤੇ ਜਦੋਂ ਤੁਹਾਨੂੰ 2.5 ਘੰਟੇ ਰੋਕਿਆ ਗਿਆ ਤੇ ਬੱਚੇ ਤੇ ਪਰਿਵਾਰ ਵੀ ਨਾਲ ਹੀ ਰੋਕਿਆ ਗਿਆ ਸੀ? ਨਹੀਂ ਜੀ ਨਹੀਂ, ਉਹ ਪਹਿਲਾਂ ਹੀ ਆ ਗਏ ਸੀਗੇ, ਕਿਉਂਕਿ ਉਹ ਰੁਝੇਵੇਂ ਉੱਥੇ ਇੰਨੇ ਸੀਗੇ ਕਿ ਮੈਨੂੰ ਕੁਝ ਦਿਨ ਫੇਰ ਅਟਕਣਾ ਪਿਆ ਸੀਗਾ ਉੱਥੇ। ਸੋ ਉਹ ਕੁਝ ਦਿਨ ਪਹਿਲਾਂ ਹੀ ਆ ਗਏ ਸੀਗੇ, ਤਾਂ ਫਿਰ ਮੈਂ ਇਕੱਲਾ ਹੀ ਸੀਗਾ। 1.25 ਲੱਖ ਖਾਲਸਾ ਜਿਵੇਂ ਕਹਿੰਦੇ ਹੁੰਦੇ ਆ ਆਪਾਂ ਨੂੰ, ਤਾਂ ਪਰ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਉੱਥੇ ਖੱਜਲ ਖੁਆਰ ਹੋਣਾ ਪਿਆ। ਮੈਨੂੰ ਤਾਂ ਇਹ ਵੀ ਆ ਵੀ ਇਹਨਾਂ ਨੇ ਜਿਹੜਾ 2-2.5 ਘੰਟੇ ਜਿਹੜੇ ਇੱਧਰ ਉੱਧਰ ਫੋਨ ਖੜਕਾਏ ਚਾਚਾ ਜੀ ਹੁਣਾਂ ਨੇ, ਰਾਏਪੁਰ ਸਾਹਿਬ ਨੇ, ਉਹ ਚਾਚਾ ਚੱਲਦਾ ਸਰਕਾਰੀ ਦਰਬਾਰੇ ਫਿਰ ਪਹੁੰਚ ਕਰਨੀ ਪਈ, ਲੋੜ ਪਈ ਉਸ ਟਾਈਮ ਦੇ ਉੱਤੇ ਕਿ ਫਲਾਣੇ ਨੂੰ ਫੋਨ ਕਰ ਦਈਏ, ਕਿਉਂਕਿ ਇੱਥੇ ਲੋੜਾਂ ਪੈ ਜਾਂਦੀਆਂ। ਜਦੋਂ ਰੋਕਿਆ ਸੀ ਤੈਨੂੰ ਮੈਨੂੰ ਨਹੀਂ, ਅਸੀਂ ਤਾਂ ਉਹਨਾਂ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਜੇ ਕਿਸਾਨਾਂ ਲਈ ਕਿਸੇ ਬੋਲਿਆ, ਪਾਰਟੀ ਦੇ ਖਿਲਾਫ ਤਾਂ ਕੋਈ ਬੋਲਿਆ ਨਹੀਂ। ਹਾਂਜੀ, ਤੇ ਫਿਰ ਅਸੀਂ ਉਹਨਾਂ ਨੂੰ ਇਹ ਨਹੀਂ ਵੀ ਗਾਂ ਅਸੀਂ ਹਿਊਮਨ ਰਾਈਟਸ ਤੋਂ ਬੋਲਣੋਂ ਹਟ ਜਾਣਾ ਆ ਜਾਂ ਹੋਰ ਕਿਸੇ ਗੱਲ ਤੋਂ ਹਟਣਾ ਆ। ਆਪਣੀ ਗੱਲ ਰੱਖੀ ਉਹਨਾਂ ਕੋ। ਫਿਰ ਉਹਨੇ ਦੇਖਿਆ ਵੀ ਇਹ ਤਾਂ ਜੇ ਇਹ ਬੰਦਾ ਇੰਗਲੈਂਡ ਚਲੇ ਗਿਆ ਇਹ ਤਾਂ ਹੋਰ ਖਲਾਰਾ ਪਊਗਾ ਹੈ। ਉਹਨੇ ਇਹ ਦੇਖਿਆ ਪਿਛਲਾ, ਤਾਂ ਉਹਨੇ ਕਹਿੰਦੇ ਠੀਕ ਹੈ। ਉਸ ਵੱਡੇ ਦੇਸ਼ ਦਾ MP ਸਾਹਿਬਾਨ ਹੋਣ ਤੇ ਹੁਣ ਵੀ ਸਿੱਖ ਤੇ ਸਾਬਤ ਸੂਰਤ, ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ ਤੇ ਇੱਕ ਮਾਰਕਾ ਮਾਰਨ ਵਾਲੀ ਗੱਲ ਸੀ ਕਿ ਇੰਗਲੈਂਡ ਦੇ ਵਿੱਚ ਸਾਬਤ ਸੂਰਤ ਸਾਡਾ ਪਹਿਲਾ ਵੀਰ ਸੀਗੇ ਜਿਨੇ ਉਸ ਟਾਈਮ ਦੇ ਉੱਤੇ ਇੱਕ ਸਿੱਖੀ ਦਾ ਮਾਣ ਵਧਾਇਆ ਸੀ। ਜਦੋਂ ਇਹ ਬਣੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਰਿਕਾਰਡ ਹੀ ਹੈ ਜੀ ਅਜੇ ਤੱਕ ਕਿ ਤੁਸੀਂ ਪਹਿਲੇ ਸਿੱਖ ਸੀ ਜਿਹੜੇ ਅੰਮ੍ਰਿਤਧਾਰੀ ਸਿੱਖ ਤੇ ਪੂਰਨ ਗੁਰਸਿੱਖ। ਜੀ ਦੇਖੋ, ਮੈਨੂੰ ਪਤਾ ਆ ਕਿ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਵੀ, ਪੰਜਾਬੀਆਂ ਨੂੰ ਉਚੇਚੇ ਤੌਰ 'ਤੇ ਜਿਹੜੇ ਸਿੱਖ ਭਾਈਚਾਰਾ ਦੁਨੀਆ ਭਰ ਦੇ ਵਿੱਚ, ਉਹਨਾਂ ਨੂੰ ਬਹੁਤ ਫਖਰ ਤਾਂ ਮਾਣ ਆ ਕਿ ਆਪਾਂ ਪਹਿਲਾ ਜਿਹੜਾ ਦਸਤਾਰਧਾਰੀ ਸਿੱਖ UK ਦੀ ਪਾਰਲੀਮੈਂਟ ਦੇ ਵਿੱਚ, ਤਾਂ ਅਸਲ 'ਚ ਕਿਸੇ ਵੀ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਪਹਿਲੀ ਦਫਾ ਹੋਇਆ ਸੀਗਾ ਕਿ ਪਹਿਲੀ ਵਾਰੀ ਸਰਦਾਰ ਜੋ ਕਿਸੇ ਪਾਰਲੀਮੈਂਟ ਦੇ ਵਿੱਚ ਉੱਥੋਂ ਸੇਵਾ ਵਜੋਂ ਨਿਭਾਇਆ ਸੀ। ਮੈਂ ਤਾਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਦੇਖੋ 6 ਸਾਲ ਤੋਂ ਵੱਧ ਹੋ ਗਏ ਆ ਮੈਨੂੰ, ਮੈਂ ਬਤੌਰ ਮੈਂਬਰ ਆਫ ਪਾਰਲੀਮੈਂਟ ਜਿਹੜੇ ਸਲੋ ਇਲਾਕੇ ਦੀ ਸੇਵਾ ਕਰਦੇ ਆ, ਅਤੇ ਇਹ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਗਲਤੀ ਹੋਈ ਆ। ਪਰ ਦੇਖੋ ਆਪਣਾ ਕੰਮ ਇਹ ਆ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਅਤੇ ਦੇਖੋ ਜਿਹੜਾ ਹੁਣ ਜਿਹੜੇ ਵਿਅਕਤੀ, ਮੈਂ ਇਹ ਸਰਕਾਰ ਨੂੰ ਵੀ ਉਦੋਂ ਬੇਨਤੀ ਕੀਤੀ, ਮੈਂ ਕਿਹਾ ਜਿਹੜੇ ਵਿਅਕਤੀ ਸਾਨੂੰ ਉੱਥੇ ਐਂਟੀ ਨੈਸ਼ਨਲ ਕਹੀ ਜਾਂਦੇ ਆ, ਚਲੋ ਜੀ ਐਂਟੀ ਇੰਡੀਆ ਆ ਜੀ, ਫਲਾਣਾ ਧਮਕੜਾ, ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ, ਮੈਂ ਕਿਹਾ ਉਹਨਾਂ ਨੇ ਤਾਂ ਕਿਸਾਨਾਂ ਨੂੰ ਵੀ ਨਹੀਂ ਬਖਸ਼ਿਆ ਸੀਗਾ। ਕਿਸਾਨ ਜਿਹੜੇ ਇਸ ਦੇਸ਼ ਦੇ ਅੰਨਦਾਤਾ ਨੇ, ਉਹਨਾਂ ਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ ਸੀ ਵੀ ਜੇ ਕੋਈ ਸਿੱਖ ਕੋਈ ਆਵਾਜ਼ ਉਠਾਉਂਦਾ ਤਾਂ ਇਹ ਇਹਨਾਂ ਨੂੰ ਚੱਕ ਕੇ ਖਾਲਿਸਤਾਨੀ ਕਹਿ ਦਿੰਦੇ, ਜੇ ਕੋਈ ਮੁਸਲਮਾਨ ਆਵਾਜ਼ ਉਠਾਉਂਦਾ ਤਾਂ ਉਹਨਾਂ ਨੂੰ ਇਹ ਪਾਕਿਸਤਾਨੀ ਕਹਿ ਦਿੰਦੇ ਆ, ਜੇ ਕੋਈ ਈਸਾਈ ਆਵਾਜ਼ ਉਠਾਉਂਦਾ ਤਾਂ ਉਹਨਾਂ ਨੂੰ ਇਹ ਫਰੰਗੀ ਕਹਿ ਦਿੰਦੇ। ਮੈਂ ਕਿਹਾ ਇਹ ਕੋਈ ਤੁੱਕ ਨਹੀਂ ਬਣਦਾ ਇਹਨਾਂ ਗੱਲਾਂ ਦਾ ਵੀ ਇਹ ਜਿਹੜੇ ਨਫ਼ਰਤ ਭਰੇ ਵਿਅਕਤੀ ਆ ਇਹਨਾਂ ਨੂੰ ਇੱਕ ਪਾਸੇ ਕਰਕੇ ਆਪਾਂ ਨੂੰ ਜਿਹੜਾ ਸਾਰਿਆਂ ਨੂੰ ਇੱਕ ਗੁਲਦਸਤੇ ਵਾਂਗ
ਪਿਆਰ ਦੇ ਨਾਲ, ਅਮਨ ਸ਼ਾਂਤੀ, ਪਿਆਰ ਇਤਫਾਕ ਦੇ ਨਾਲ ਜਿਹੜੇ ਵਿਅਕਤੀ ਰੱਖਦੇ ਨੇ ਉਹਨਾਂ ਨੂੰ ਅਹਿਮੀਅਤ ਜ਼ਿਆਦਾ ਦੇਣੀ ਚਾਹੀਦੀ ਆ। ਸੋ ਇਹ ਦੇਖੋ ਨਿੱਜੀ ਫੇਰੀ ਸੀ, ਪਰ ਉਹਦੇ ਬਾਵਜੂਦ ਵੀ 2.5 ਘੰਟੇ ਦੇ ਵਿੱਚ ਖਲਾਰਾ ਪੈ ਗਿਆ। ਜਦ ਤੱਕ ਫਿਰ ਤੁਹਾਡੇ ਵਰਗਿਆਂ ਨੇ ਮੈਨੂੰ ਉਦੋਂ ਹੀ ਫੜ ਲਿਆ ਪਈ ਦੇਖੋ ਪਈ ਪਤਾ ਲੱਗਦਾ ਵੀ ਦੱਸੋ ਵੀ ਮਸਲਾ ਕੀ ਹੈਗਾ, ਕਿੱਦਾਂ ਹੋਇਆ, ਕੀ ਹੈਗਾ ਆ। ਤਾਂ ਉਸ ਤੋਂ ਬਾਅਦ ਮੈਂ ਗੱਲ ਰੋਕਦਾ, ਤੁਸੀਂ ਇੱਕ ਗੱਲ ਹੋਰ ਵੀ ਕਹੀ ਸੀ ਕਿ ਮੀਡੀਆ ਨੇ ਆ ਖਬਰ ਪਹੁੰਚਾਈ। MP ਹੋ ਇੰਗਲੈਂਡ ਦੇ, ਪੜ੍ਹੇ ਲਿਖੇ ਹੋ, ਵੈਸੇ ਤਾਂ ਮੇਲ ਰਾਹੀਂ ਪਤਾ ਜ਼ਰੂਰ ਕਰੋ ਕਿ ਜਿਹੜੇ ਮੀਡੀਆ ਨੇ ਝੂਠੀ ਖਬਰ ਫੈਲਾਈ ਸੀ, ਗਾਂ ਇਹੋ ਜਿਹਾ ਸਾਡੇ ਸਿੱਖਾਂ ਦੇ ਨਾਲ ਨਾ ਹੋਵੇ, ਨੌਜਵਾਨਾਂ ਦੇ ਨਾਲ ਨਾ ਹੋਵੇ। ਤੁਸੀਂ ਤੇ ਝੱਲ ਲਿਆ, ਸ਼ਾਇਦ ਮੇਰੇ ਵਰਗੇ ਉਹ ਝੱਲ ਨਹੀਂ ਸਕਦੇ। ਜ਼ਰੂਰ ਮੈਸੇਜ ਕਰਕੇ ਇਨਕੁਆਇਰੀ ਜ਼ਰੂਰ ਕਰਿਓ, ਪਤਾ ਜ਼ਰੂਰ ਕਰਿਓ ਜਿਹੜੇ ਮੀਡੀਆ ਨੇ ਖਬਰ ਝੂਠੀ ਪ੍ਰਚਾਰ ਕੀਤਾ ਸੀ ਕਿ ਮੇਰਾ ਪਾਸਪੋਰਟ ਵੇਖ ਲਓ, ਮੇਰਾ ਵੀਜ਼ਾ ਵੇਖੋ, ਉਹ ਤੋਂ ਬਾਅਦ ਵਿੱਚ ਖਬਰ ਲਾਇਆ। ਬਿਲਕੁਲ ਦੇਖੋ ਜੀ, ਇਹ ਤਾਂ ਜਿਹੜੇ ਸ਼ਿਕਾਇਤਕਰਤਾ ਨੇ, ਇਹ ਤਾਂ ਇੱਕ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਦੇਖੋ ਉਹ ਅਸਲ 'ਚ ਐਂਟੀ ਨੈਸ਼ਨਲ ਉਹ ਬਣ ਰਹੇ ਕਿਉਂਕਿ ਉਹ ਦੇਸ਼ ਦਾ ਅਕਸ ਉਹ ਖਰਾਬ ਕਰ ਰਹੇ ਨੇ, ਅਤੇ ਉਹ ਇਹ ਦੇਖ ਨਹੀਂ ਰਹੇ ਕਿ ਦੇਖੋ ਇਸ ਚੀਜ਼ ਦਾ ਅਸਰ ਇੱਕ ਤਾਂ ਜਦੋਂ ਕੋਈ ਮੀਡੀਆ ਇੱਥੇ ਗਲਤ ਤਰੀਕੇ ਨਾਲ ਕਿਸੇ ਵੀ ਖਬਰ ਦੀ ਪ੍ਰਦਰਸ਼ਨੀ ਕਰਦਾ ਆ, ਇੱਕ ਤਾਂ ਉਹ ਜਿਹੜੇ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਡਰ ਪੈ ਜਾਂਦਾ NRI ਤੋਂ, ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ, ਕਿੱਦਾਂ ਆ। ਇੱਕ ਜਿਹੜੇ NRI ਨੇ ਹੁਣ ਉਹ ਜਿਹੜੇ ਇੱਦਾਂ ਦੀਆਂ ਖਬਰਾਂ ਜਦੋਂ ਦੇਖਦੇ ਜਾਂ ਸੁਣਦੇ, ਜਦੋਂ ਪਤਾ ਲੱਗਦਾ ਉਹਨਾਂ ਨੂੰ, ਤਾਂ ਉਹ ਕਈਆਂ ਨੇ ਤਾਂ ਸੋਸ਼ਲ ਮੀਡੀਆ 'ਤੇ ਉੱਥੇ ਜਦੋਂ ਹੁਣ ਤੁਹਾਡੇ ਅਕਾਲ ਚੈਨਲ ਦੇ ਰਾਹੀਂ ਜਾਂ ਹੋਰ ਮਾਧਿਅਮ ਦੇ ਰਾਹੀਂ ਉਹਨਾਂ ਨੇ ਗੱਲ ਆਖੀ ਸੀ ਕਿ ਦੇਖੋ ਜੇ ਉੱਥੇ ਬਤੌਰ ਮੈਂਬਰ ਆਫ ਪਾਰਲੀਮੈਂਟ ਦੇ ਨਾਲ ਇੱਦਾਂ ਹੋ ਸਕਦਾ ਆ ਤਾਂ ਅਸੀਂ ਕਿਹੜੇ ਬਾਗ ਦੀ ਮੂਲੀਆਂ ਇੱਥੇ ਜਦੋਂ ਆਉਂਗੇ ਕਿ ਬਿਲਕੁਲ ਆਪਣੇ ਜਦੋਂ ਹੁਣ ਅਸੀਂ ਆਉਂਦੇ ਹਾਂ ਜਾਂ ਬੱਚਿਆਂ ਨੂੰ ਲੈ ਕੇ ਆਉਂਦੇ, ਪਰਿਵਾਰ ਨੂੰ ਲੈ ਕੇ ਆਉਂਦੇ, ਅਸੀਂ ਬੜੇ ਚਾਅ ਲਾਡਾਂ ਦੇ ਨਾਲ ਆਉਂਦੇ ਇੱਥੇ। ਤਾਂ ਦੇਖੋ ਅਸੀਂ ਉੱਥੇ ਜਿਹੜੇ ਇਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਅਸੀਂ ਬੰਨੀ ਰੱਖੇ ਹਾਂ ਕਿ ਪੰਜਾਬ ਦੀ ਤਰੱਕੀ ਹੋਵੇ, ਇੰਡੀਆ ਦੀ ਤਰੱਕੀ ਹੋਵੇ, ਦੋਨਾਂ ਦੇਸ਼ਾਂ ਦੇ ਵਿਚਕਾਰ ਵਧੀਆ ਸੰਬੰਧ ਹੋਣ, ਦੋਨਾਂ ਲੋਕਾਂ ਦੇ ਵਿਚਕਾਰ ਵਧੀਆ ਸੰਬੰਧ ਹੋਣ, ਤਾਂ ਇੱਥੇ ਅਸੀਂ ਪੂੰਜੀ ਨਿਵੇਸ਼ ਕਰੀਏ। ਉਹੀ ਗੱਲਾਂ ਜਿਹੜੀਆਂ ਮੈਂ ਬਤੌਰ ਜਿਹੜੋ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਬੈਠਕਾਂ ਹੋਈਆਂ ਅਲੱਗ-ਅਲੱਗ ਮੰਤਰੀ ਸਾਹਿਬਾਨਾਂ ਨਾਲ, ਇੱਥੇ ਮੈਂ ਮਾਲ ਮੰਤਰੀ ਜਿੰਪਾ ਜੀ ਉਹਨਾਂ ਨਾਲ ਵੀ ਮਿਲਿਆ, ਜਿਹੜੇ ਖੇਡ ਮੰਤਰੀ ਨੇ ਇੱਥੇ ਮੀਤ ਹੇਰ ਜੀ ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ, ਡਾਕਟਰ ਬਲਜੀਤ ਕੌਰ ਜਿਹੜੇ ਕਿ ਇੱਥੇ ਔਰਤਾਂ ਦੇ ਤਾਂ ਸੋਸ਼ਲ ਵੈਲਫੇਅਰ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ। ਉਹਨਾਂ ਦੇ ਨਾਲ ਮੈਂ ਜਿਹੜੇ ਹਰ ਸਮੇਂ ਮੇਰਾ ਇਹ ਹੁੰਦਾ ਚਾਹੇ ਨਿੱਜੀ ਫੇਰੀ ਹੋਵੇ, 1-2 ਦਿਨ ਕੱਢ ਕੇ ਇੱਕ ਤਾਂ ਮੀਡੀਆ ਦੇ ਸੱਜਣ ਮਿੱਤਰਾਂ ਦੇ ਨਾਲ ਉਹਨਾਂ ਦੇ ਨਾਲ ਵੀ ਇੱਕ ਤਾਂ ਰੂਬਰੂ ਹੋ ਜਿੱਦਾ, ਇੱਕ ਤੁਹਾਨੂੰ ਵੀ ਮੌਕਾ ਮਿਲ ਜਾਂਦਾ ਵੀ ਬੰਦੇ ਨੂੰ ਜਵਾਬਦੇਹ ਬਣਾਉਣਾ। ਬਿਲਕੁਲ। ਤਾਂ ਇਸ ਦੇ ਨਾਲ ਜਿਹੜੇ ਆਪਣੇ ਇੱਥੇ ਚੁਣੇ ਹੋਏ ਨੁਮਾਇੰਦੇ ਨੇ, ਸਰਕਾਰੀ ਦਰਬਾਰੇ ਨੇ, ਉਹਨਾਂ ਤੱਕ NRIs ਦੀ ਜਿਹੜੀ ਆਵਾਜ਼ ਹੈ ਉਹ ਪਹੁੰਚਾਈਏ। ਉਚੇਚੇ ਤੌਰ 'ਤੇ ਮੈਂ ਉਹਨਾਂ ਨਾਲ ਜ਼ਿਕਰ ਕੀਤਾ ਕਿ ਇੱਕ ਤਾਂ ਜਿਹੜੇ ਜ਼ਮੀਨੀ ਝਗੜੇ ਹੁੰਦੇ ਨੇ, ਉਹਨਾਂ ਦੇ ਕਈ ਵਿਅਕਤੀਆਂ ਦੀਆਂ ਉੱਥੇ NRIs ਦੀਆਂ ਜਿਹੜੀਆਂ ਜ਼ਮੀਨਾਂ ਜ਼ਬਤ ਹੋ ਜਾਂਦੀਆਂ ਹੈ, ਉਹਦੇ ਬਾਰੇ ਕੀ ਬਿਲਕੁਲ। ਤਾਂ ਉਹ ਮੈਨੂੰ ਮਾਲ ਮੰਤਰੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਦੇਖੋ ਅਸੀਂ ਇਹਨੂੰ ਬੜੀ ਸੰਜੀਦਗੀ ਦੇ ਨਾਲ ਇਹ ਮਸਲੇ ਨੂੰ ਲੈ ਰਹੇ ਹਾਂ, ਅਤੇ ਬਕਾਇਦਾ ਇੱਕ ਜੋ ਉਹਨਾਂ ਨੇ ਮੈਨੂੰ ਨੰਬਰ ਵੀ ਦੱਸਿਆ ਕਿ WhatsApp 'ਤੇ ਤੁਸੀਂ ਕੋਈ ਵੀ ਜਿਹੜਾ NRI ਹੈਗਾ ਅਤੇ ਉਹ ਇਸ ਨੰਬਰ 'ਤੇ, ਉਹ ਮੈਂ ਨੰਬਰ ਵੀ ਉਹਨਾਂ ਤੋਂ ਉਦੋਂ ਨੋਟ ਕੀਤਾ ਸੀਗਾ ਵੀ ਤੁਸੀਂ ਸਿੱਧਾ ਉਹਨਾਂ ਨੂੰ WhatsApp ਕਰੋ, ਉਹ ਮਹਿਕਮੇ ਦਾ ਨੰਬਰ ਹੈਗਾ, ਬਕਾਇਦਾ ਉਸ ਦੇ ਵਿੱਚ ਲਿਖ ਕੇ ਜਿਹੜੀ ਤੁਹਾਡੀ ਜੋ ਵੀ ਸ਼ਿਕਾਇਤ ਹੈਗੀ ਆ ਤਾਂ ਤੁਸੀਂ ਭੇਜੋ। ਸੋ ਜਿਹੜੇ NRI ਜਿਹੜੇ ਸੱਜਣ ਮਿੱਤਰ ਜਿਹੜੇ ਉੱਥੇ ਬਾਹਰ ਆ, ਆਪਣੇ UK ਦੇ ਵਿੱਚ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਤੁਹਾਡੇ ਜਦੋਂ ਵੀ ਕੋਈ ਦੁੱਖ ਤਕਲੀਫ ਜਿਹੜੇ ਜ਼ਮੀਨੀ ਝਗੜਿਆਂ 'ਚ ਹੁੰਦੀ ਆ ਤਾਂ ਉਹ ਤੁਸੀਂ 94 641 00 168, ਸੋ ਇਹ ਹੈਗਾ NRIs ਦੇ ਜਿਹੜਾ ਨੰਬਰ ਆ, ਬਕਾਇਦਾ ਮੋਬਾਈਲ ਨੰਬਰ ਆ। ਸੋ ਹੈਗਾ +91 94 641 00 168। ਅਤੇ ਜਿਹੜੇ ਇੱਥੇ ਇੰਡੀਆ ਦੇ ਲੋਕ ਨੇ, ਜਿਹੜੇ ਕੋਈ ਵੀ ਉਹਨਾਂ ਨੂੰ ਜਿਹੜੀ ਤਕਲੀਫ ਹੁੰਦੀ ਆ ਜਿਹੜੇ ਜ਼ਮੀਨਾਂ ਪ੍ਰਤੀ ਜਾਂ ਉਹ ਕੁਛ ਚਾਹੁੰਦੇ ਹੁੰਦੇ ਨੇ, ਤਾਂ ਉਹ ਜਿਹੜਾ ਇੰਡੀਅਨ ਜਿਹੜੇ ਸਿਟੀਜ਼ਨਸ ਨੇ ਜੋ ਇੱਥੇ ਦੇ ਨਾਗਰਿਕ ਨੇ, ਉਹਨਾਂ ਲਈ ਵੀ ਬਕਾਇਦਾ ਇੱਕ ਅਲੱਗ ਜਿਹੜਾ ਨੰਬਰ ਹੈਗਾ ਆ, ਉਹ ਹੈਗਾ ਆ 08149 00 002। ਸੋ ਇੱਕ ਦਫਾ ਮੈਂ ਫੇਰ ਤੁਹਾਨੂੰ ਦੱਸਦਾ ਕਰਕੇ ਦੇਖੋ ਆਪਣਾ ਗੱਲ ਕਰਨ ਦਾ ਤਾਂ ਹੀ ਫਾਇਦਾ, ਇਹ ਨਾ ਕਿਤੇ ਮੇਰੀਆਂ ਜਬੜੀਆਂ ਤੁਸੀਂ ਸੁਣੀ ਜਾਓ, ਲੋਕਾਂ ਤੱਕ ਸੁਨੇਹਾ ਵੀ ਪਹੁੰਚਣਾ ਚਾਹੀਦਾ ਆ। ਸੋ 081 849 00 002 ਇਹ ਜਿਹੜਾ ਨੰਬਰ ਹੈਗਾ ਆ, ਇਹ ਹੈਗਾ ਆ ਬਤੌਰ ਜਿਹੜੇ ਇੰਡੀਆ ਦੇ ਜਿਹੜੇ ਨਾਗਰਿਕ ਨੇ, ਪਰ NRIs ਦੇ ਜਿਹੜਾ ਅਲੱਗ ਨੰਬਰ ਆ 94 641 00 168, ਇਹ 'ਤੇ ਤੁਸੀਂ ਜ਼ਰੂਰ ਬਕਾਇਦਾ ਆਪਣਾ ਜਿਹੜਾ ਜੋ ਵੀ ਮਸਲਾ ਹੈਗਾ ਲਿਖ ਕੇ ਉੱਥੇ ਭੇਜੋ। ਤਾਂ ਤੁਹਾਨੂੰ ਮੈਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਜਿਹੜਾ ਪ੍ਰਸ਼ਾਸਨ ਵੱਲੋਂ
ਵੀ ਉਹਨਾਂ 21 ਦਿਨਾਂ ਦੇ ਅੰਦਰ ਅੰਦਰ ਉਹਦਾ ਜਵਾਬ ਜਿਹੜਾ ਹੈਗਾ ਤਾਂ ਜੋ ਬਣਦੀ ਕਾਰਵਾਈ ਆ ਉਹ ਮੁਤਾਬਕ ਹੋਊਗੀ। ਸੋ ਇਹੋ ਜਿਹੇ ਜਿਹੜੇ ਮਸਲੇ ਆ ਬਿਲਕੁਲ ਉਸ ਦੇ ਨਾਲ ਜਿਹੜੀਆਂ ਸਿੱਧੀਆਂ ਉਡਾਨਾਂ, ਤੁਹਾਨੂੰ ਪਤਾ ਮੈਂ ਪਿਛਲੇ ਸਾਲ ਵੀ ਇੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਉਹਨਾਂ ਨੂੰ ਵੀ ਮੁਲਾਕਾਤ ਕੀਤੀ ਸੀਗੀ। ਉਹਨਾਂ ਨੇ ਕੋਈ ਇਹੀ ਬੇਨਤੀ ਕੀਤੀ ਸੀਗੀ ਵੀ ਜਿਹੜੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਜਿਹੜੇ ਹਵਾਈ ਅੱਡੇ ਨੇ ਇਹਨਾਂ ਤੋਂ ਵੱਧ ਸਿੱਧੀਆਂ ਉਡਾਨਾਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹਨਾਂ ਵਪਾਰ ਵੀ ਵਧੂਗਾ। ਇੱਥੇ ਜਿਹੜੇ ਕਿਸਾਨ ਜਿਹੜੇ ਸੱਜਣ ਮਿੱਤਰ ਨੇ ਉਹਨਾਂ ਦੀਆਂ, ਚਾਹੇ ਉਹਨਾਂ ਦਾ ਉਤਪਾਦਨ ਹੋਵੇ, ਚਾਹੇ ਜਿਹੜੇ ਫੈਕਟਰੀਜ਼ ਨੇ, ਚਾਹੇ ਜਿਹੜੇ ਕਾਰਖਾਨੇ ਨੇ, ਉਹਨਾਂ ਦਾ ਵੀ ਉਤਪਾਦਨ ਜਿਹੜਾ ਕਾਰਗੋ ਦੇ ਵਿੱਚ ਵੀ ਜਾ ਸਕੂਗਾ, ਤਾਂ ਉੱਥੋਂ ਬਾਹਰੋਂ ਵੀ ਚੀਜ਼ਾਂ ਇੱਧਰ ਨੂੰ ਆ ਸਕਦੀਆਂ। ਸੋ ਜਿਹੜਾ ਇੰਪੋਰਟ ਐਕਸਪੋਰਟ ਦਾ ਵੀ ਕਾਰੋਬਾਰ ਵਧੇਗਾ। ਅਤੇ ਜਿਹੜੇ ਮੁਸਾਫਿਰ ਨੇ, ਜਿਹੜੇ ਸਾਡੇ ਵਰਗੇ NRIs ਨੇ, ਸਾਨੂੰ ਵੀ ਇੱਥੇ ਚਾਹੇ ਉਹ ਗੁਰੂ ਕੀ ਨਗਰੀ ਆ ਪੰਜਾਬ, ਸਿੱਧਾ ਸਾਨੂੰ ਇੱਥੇ ਉਡਾਨ ਭਰ ਕੇ ਜੋ ਸਹੂਲਤ ਮਿਲਦੀ ਆ ਉਹਦੇ ਨਾਲ ਆਵਾਜਾਈ ਜ਼ਿਆਦਾ ਵਧੂਗੀ, ਸੈਰ ਸਪਾਟਾ ਵੀ ਜੋ ਵਧੂਗਾ, ਜੋ ਟੂਰਿਜ਼ਮ ਵਧੂਗੀ। ਸੋ ਇਹੋ ਜਿਹੇ ਜਿਹੜੇ ਅਲੱਗ-ਅਲੱਗ ਮਸਲੇ ਹੁੰਦੇ, ਤੁਹਾਨੂੰ ਪਤਾ ਪਿਛਲੀ ਦਫਾ ਵੀ ਮੈਂ ਜਿਹੜੀ ਚਾਹੇ ਉਹ ਕਾਲੀ ਸੂਚੀ ਦੀ ਜਿਹੜੀ ਗੱਲ ਕੀਤੀ ਸੀਗੀ ਸਰਕਾਰ ਦੇ ਅੱਗੇ, ਚਾਹੇ ਜਿਹੜੇ ਇੱਥੇ ਸਿੰਘ ਜਿਹੜੇ ਬੰਦੀ ਸੀਗੇ ਉਚੇਚੇ ਤੌਰ 'ਤੇ ਜਿਹੜੇ ਬਰਤਾਨਵੀ ਨਾਗਰਿਕ ਵੀ ਸੀਗੇ, ਆਪਣੇ ਜਗਤਾਰ ਜੌਲ ਹੋਣਾ ਦੇ ਬਾਰੇ, ਇੱਕ ਜਿਹੜੇ ਸਿੱਧੂ ਮੂਸੇਵਾਲਾ ਹੋਣਾ ਦੀ ਜਿਹੜਾ ਉਹਨਾਂ ਦਾ ਵੀ ਕਤਲ ਹੋਇਆ ਸੀਗਾ, ਉਹ ਬਤੌਰ ਮੈਂ ਉੱਥੇ ਜੋ ਵਿਦੇਸ਼ ਮੰਤਰੀ ਨੂੰ ਵੀ ਇਹਦੇ ਬਾਰੇ ਜ਼ਿਕਰ ਕੀਤਾ ਸੀਗਾ ਵੀ ਜੋ ਚਾਹੇ ਉਹ ਸਿੱਧੂ ਮੂਸੇਵਾਲੇ ਹੋਣੀ ਹੋਣ ਵੀ ਉਹਨਾਂ ਉਸ ਕਤਲ ਦੇ ਜੋ ਅਪਰਾਧੀ ਨੇ ਉਹ, ਕਿਉਂਕਿ ਸਿੱਧੂ ਮੂਸੇਵਾਲੇ ਜੀ ਉੱਥੇ ਮੈਨੂੰ ਪਤਾ ਵੀ ਪੰਜਾਬੀ ਗਾਇਕੀ ਲਈ ਬਹੁਤ ਮਸ਼ਹੂਰ ਨੇ ਦੁਨੀਆ ਭਰ ਦੇ ਵਿੱਚ, ਪਰ ਇਸ ਦੇ ਨਾਲ ਨਾਲ ਉਹ UK ਦਾ ਜਿਹੜੀ ਰੈਜ਼ੀਡੈਂਸ ਜਿਹੜੀ ਪਰਮਿਟ ਸੀ ਉਹਨਾਂ ਕੋਲ ਸੀਗੀ। ਸੋ ਜਦੋਂ ਉਹਨਾਂ ਦੇ ਮਾਤਾ ਪਿਤਾ ਵੀ ਉੱਥੇ ਬਤੌਰ ਸਾਨੂੰ ਮਿਲਣ ਜਿਹੜਾ UK ਦੀ ਪਾਰਲੀਮੈਂਟ ਦੇ ਵਿੱਚ ਆਏ, 2 ਦਫਾ ਆਏ ਨੇਗੇ, ਮੈਂ ਉਹਨਾਂ ਦੀ ਵੀ ਗੱਲ ਬੜੇ ਧਿਆਨ ਨਾਲ ਸੁਣ ਕੇ ਤਾਂ ਫਿਰ ਉਹ ਵਿਦੇਸ਼ ਮੰਤਰੀ ਨੂੰ ਵੀ ਸਵਾਲ ਕੀਤਾ ਸੀਗਾ ਕਿ ਤੁਸੀਂ ਇਸ ਗੱਲ ਦੇ ਬਾਰੇ ਕੋਈ ਇਹਦਾ ਕੋਈ ਜਿਹੜੀ ਲੋੜੀਂਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਇਹ ਗੱਲ ਆਖੀ ਆ ਕਿ ਅਸੀਂ ਇਸ 'ਤੇ ਬਹੁਤ ਧਿਆਨ ਰੱਖ ਰਹੇ ਹਾਂ, ਪਰ ਇਹ ਜਿਹੜਾ ਜੋ ਇੰਡੀਆ ਜਾਂ ਪੰਜਾਬ ਦਾ ਪ੍ਰਸ਼ਾਸਨ ਆ ਵੀ ਇਹ ਉਹਨਾਂ ਨੇ ਜੋ ਲੋੜੀਂਦੀ ਕਾਰਵਾਈ ਕਰਨੀ ਹੈ, ਪਰ ਇਸ ਦੇ ਬਾਰੇ ਸਾਨੂੰ ਗੱਲ ਇਲਮ ਹੈਗਾ। ਇਸ ਦੇ ਨਾਲ ਨਾਲ ਦੇਖੋ ਜਿਹੜੇ ਕਬੱਡੀ ਦੇ ਵੀ ਜਿਹੜੇ ਖਿਡਾਰੀ ਨੇ, ਸੰਦੀਪ ਨੰਗਲੰਬੀਆ ਜੀ, ਉਹ ਵੀ ਵਿਚਾਰੇ ਪੂਰੇ ਹੋ ਗਏ। ਉਹ ਦੇਖੋ ਜਿਹੜੇ ਇਹੋ ਜਿਹੇ ਜਿਹੜੇ ਵਿਅਕਤੀ ਹੁੰਦੇ ਨੇ, ਹਰ ਇੱਕ ਨੂੰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਹ ਸਮੇਂ-ਸਮੇਂ 'ਤੇ ਨਾ ਚੀਜ਼ ਇੱਦਾਂ ਦੇ ਮਸਲੇ ਜਿਹੜੇ ਉਠਾਉਂਦਾ ਰਹਿੰਦਾ ਹੈ। ਚੁੱਭਦੀਆਂ ਤਾਂ ਨਹੀਂ ਲੱਗਦੀਆਂ ਕਿ ਤੁਹਾਡੀਆਂ ਇਹ ਗੱਲਾਂ, ਬੰਦੀ ਸਿੰਘਾਂ ਦੀ ਗੱਲ ਹੋਵੇ, ਬੜੇ ਚਿਰ ਤੋਂ ਮੋਰਚਾ ਲੱਗਾ ਹੋਇਆ, ਸਰਕਾਰ ਨੇ ਅਜੇ ਤੱਕ ਪੱਖ ਨਹੀਂ ਵੇਖਿਆ ਨਹੀਂ ਜਾ ਕੇ, ਇਹ ਕਿਤੇ ਚੁੱਭਦੀਆਂ ਤਾਂ ਨਹੀਂ? ਜਦੋਂ ਮੁੱਖ ਮੰਤਰੀ ਸਾਹਿਬ ਨੂੰ ਮਿਲਦੇ ਹੋ ਜਾਂ ਮੰਤਰੀ ਸਾਹਿਬਾਂ ਨੂੰ ਪੁੱਛਿਆ ਉਹਨਾਂ ਨੂੰ ਕਿ 2.5 ਘੰਟੇ ਤਰਮਨ ਨੂੰ ਰੋਕਣ ਦਾ ਕਾਰਨ ਕੀ? ਤਰਮਨਜੀਤ ਸਿੰਘ ਢੇਸੀ ਇੱਕ MP ਸੀ ਵੱਡੇ ਦੇਸ਼ ਦਾ, ਜਿਹੜੇ ਦੇਸ਼ ਨੂੰ ਦੁਨੀਆ 'ਚ ਯਾਦ ਕਰਦੀ ਆ। ਸਾਡੇ ਵਰਗੇ ਨੌਜਵਾਨ ਜਿਹੜੇ ਹੈਗੇ ਆ ਵੀਰ, ਉਹ ਬਾਹਰ ਜਾਣ ਵਾਲੇ ਤਰਲੋ ਮੱਚੀ ਤੇ ਇੰਗਲੈਂਡ ਦਾ ਵੀਜ਼ਾ ਲੱਗ ਜੇ ਨਾ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਇੰਗਲੈਂਡ ਜਾ ਰਹੇ ਹਾਂ, ਪਰ ਉੱਥੋਂ ਦੇ MP ਸਾਹਿਬ ਨੂੰ ਰੋਕ ਲਿਆ ਜਾਂਦਾ। ਦੇਖੋ ਅਸੀਂ ਤਾਂ ਹੱਥ ਜੋੜ ਕੇ ਇਹ ਫਰਿਆਦ ਹੀ ਕਰ ਸਕਦੇ ਹਾਂ, ਕਿਉਂਕਿ ਸਾਡੇ ਵਰਗੇ ਜਿਹੜੇ ਹੈਗੇ ਆ ਉਹ ਪੰਜਾਬੀਆਂ ਦੇ ਸ਼ੁਭ ਚਿੰਤਕ ਆ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਜਿਹੜਾ ਹੈਗਾ ਆ ਤਰੱਕੀ। ਜਦੋਂ ਵੀ ਮੈਂ ਇੰਡੀਆ ਆਉਂਦਾ ਮੈਨੂੰ ਇਹੀ ਹੁੰਦਾ ਵੀ ਆਪਾਂ ਇੱਥੇ ਜਿਹੜੀਆਂ ਸਾਂਝਾਂ ਵਧਾਈਏ। ਅਤੇ ਇੱਕ ਤਾਂ ਸਾਡੇ ਜਿਹੜੇ ਅਜ਼ੀਜ਼ ਚਾਚਾ ਜੀ ਨੇ ਰਾਏਪੁਰ ਸਾਹਿਬ, ਇਹ ਆਦਮਪੁਰ ਤੋਂ, ਇਹ ਮੈਨੂੰ ਸਮੇਂ-ਸਮੇਂ 'ਤੇ ਜ਼ਰੂਰ ਖਿੱਚਦੇ ਰਹਿੰਦੇ ਆ। ਹੁਣ ਐਤਕੀ ਵੀ ਚਾਹੇ ਉਹ ਤੁਹਾਡੇ ਨਾਲ ਆ, ਚਾਹੇ ਹੋਰ ਜਿਹੜੇ ਸੱਜਣ ਮਿੱਤਰ ਆ, ਇਹਨਾਂ ਦੀ ਬਦੌਲਤ ਜਦੋਂ ਵੀ ਮੈਂ ਜਾਂਦਾ ਕਿਤੇ ਤਾਂ ਇਹ ਟਾਈਮ ਸੀ ਸਾਡਾ ਜੀ ਕਈ ਦਿਨ ਤੋਂ, ਤੇ ਅਸੀਂ ਵੀ ਚਾਹੁੰਦੇ ਹੁੰਦੇ ਹਾਂ ਕਿ ਤਰਮਨ ਜਦੋਂ ਵੀ ਇੰਡੀਆ ਆਵੇ, ਪੰਜਾਬ 'ਚ ਆਵੇ, ਤੇ ਅਸੀਂ ਉਹ ਫੇਰੀ ਨੂੰ ਜ਼ਰੂਰ ਕਵਰ ਕਰੀਏ। ਇਹ ਤਾਂ ਮੈਂ ਤੁਹਾਨੂੰ ਦੱਸਾਂ ਤੇਜਿੰਦਰ ਭਾਜੀ, ਪਿੰਡ ਲਿਆਈਏ। ਦੇਖੋ ਇਹ ਹਾਲਾਂਕਿ ਕਈ ਯੂਨੀਵਰਸਿਟੀਆਂ ਨੇ ਵੀ ਕਿਹਾ, ਉਹ ਪ੍ਰੋਜਨਾਂ ਤੇ ਕੀਤੀ ਵੀ ਉੱਥੇ ਆਉਣ। ਮੈਨੂੰ ਇਹ ਸੀ ਵੀ ਨਹੀਂ, ਇਹ ਜਿੱਥੇ ਜਨਮ ਹੋਇਆ ਸਾਡਾ, ਸਾਡੇ ਸਕੂਲੇ ਆਉਣ ਅੱਜ ਉੱਥੇ 2 ਘੰਟੇ। ਤੁਹਾਨੂੰ ਪਤਾ ਇਸ ਪਿੰਡ ਤੁਸੀਂ ਉਦੋਂ ਗਏ ਸੀਗੇ ਜਦੋਂ ਬੱਚੇ ਉੱਥੇ ਬੰਬੀ ਤੇ ਜਦੋਂ ਆਪਣੇ ਨਹਾ ਵੀ ਰਹੇ ਸੀਗੇ, ਉਹ ਰਾਏਪੁਰ ਫਰੋਲਾ ਜਿਹੜਾ ਸਾਡਾ ਪਿੰਡ ਆ, ਸਰਕਾਰੀ ਸਕੂਲ ਬਹੁਤ ਵਧੀਆ ਜੋ ਉਹਨਾਂ ਨੇ ਮੱਲਾਂ ਮਾਰੀਆਂ ਨੇ, ਜਿਹੜਾ ਮੁੰਡਿਆਂ ਨੇ ਕੁੜੀਆਂ ਨੇ ਜਿੰਨਾ ਵੀ ਆਪਣੇ ਕੁਸ਼ਤੀ ਦੇ ਵਿੱਚ, ਰੱਸਾ ਕੱਸੀ ਦੇ ਵਿੱਚ, ਕਬੱਡੀ ਦੇ ਵਿੱਚ ਜਾਂ ਹੋਰ ਖੇਡਾਂ ਦੇ ਵਿੱਚ, ਤਾਂ ਪੜ੍ਹਾਈ ਦੇ ਵਿੱਚ ਵੀ। ਸੋ ਉਹ ਉਧਰ ਆਪਣਾ ਯੋਗਦਾਨ ਪਾਉਣਾ ਇਹ ਬਹੁਤ ਜ਼ਰੂਰੀ ਆ। ਜਿਹੜਾ NRI ਵੀਰਾਂ ਵੱਲੋਂ ਜਿਹੜਾ ਦਸਵੰਧ ਕੱਢਿਆ ਗਿਆ ਉਹਦੇ ਬਾਰੇ ਵੀ। ਤਾਂ ਹੁਣ ਅਸੀਂ ਇੱਥੇ ਦੇਖੋ ਆਪਾਂ ਹਰੀਕੇ ਇੱਥੇ ਖੜ੍ਹੇ ਹਾਂ, ਜੋ ਇੱਥੇ ਹਰੀਕੇ ਹੈਡਸ ਜਦੋਂ ਆਪਾਂ ਦੇਖਿਆ ਜਿੱਥੇ ਸਤਲੁਜ ਤਾਂ ਬਿਆਸ ਅਤੇ ਆਪਣੇ ਜਿਹੜਾ ਨਹਿਰ ਵੀ ਜਾਂਦੀ ਆ ਰਾਜਸਥਾਨ, ਉਹਦੇ ਆਪਾਂ ਦੁਆਬੇ ਮਾਝੇ ਮਾਲਵੇ ਦੇ ਆਪਾਂ ਐਨ ਚਰਸਤੇ 'ਤੇ ਆਪਾਂ ਖੜ੍ਹੇ ਹਾਂ। ਤਾਂ ਉੱਥੇ ਵੀ ਜਿਹੜੋ ਬਾਬਾ ਸੀਚੇਵਾਲ ਜੀ, ਕਿਉਂਕਿ ਇਸ ਦਫਾ ਇਹ ਬਤੌਰ ਜਦੋਂ ਮੈਂਬਰ ਰਾਜ ਸਭਾ ਜੋ MP ਦੇ ਹੋਣ ਦੇ ਨਾਤੇ ਉੱਧਰ ਵੀ ਆਏ, ਉੱਧਰ ਵੀ ਮੈਂ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਐਤਕੀ ਵੀ ਇਹਨਾਂ ਤੱਕ ਜਦੋਂ ਗੱਲਬਾਤ ਹੋਈ, ਉਹ ਕਹਿੰਦੇ ਆਪਾਂ ਇੱਥੇ ਆ ਕੇ ਤੁਸੀਂ ਦੇਖੋ, ਜਾਇਜ਼ਾ ਲਵੋ, ਕਿਉਂਕਿ ਇਹਨਾਂ ਨੇ ਵੀ ਬਹੁਤ ਅਣਥੱਕ ਜਿਹੜੀ ਮਿਹਨਤ ਇੱਥੇ ਕੀਤੀ ਆ। ਹੋਰ ਪਿੰਡ ਵਾਸੀਆਂ ਨਾਲ ਮੈਨੂੰ ਪਤਾ ਅਕਾਲ ਚੈਨਲ ਨੇ ਵੀ ਇਸ ਗੱਲ ਦੀ ਕਵਰੇਜ ਕੀਤੀ ਆ। ਜਿਹੜੇ ਹੜ੍ਹ ਪੀੜਤਾਂ ਦੇ ਲਈ ਸਾਡਾ ਵੀ ਜਿਹੜਾ ਹਿਰਦਾ ਉਹ ਦੁਖਦਾ ਆ, ਜਿਹੜੇ ਬਾਹਰ ਵੀ ਵਸਦੇ ਨੇ, ਉਹ ਤਦੀ ਮੈਂ ਆਪ ਖੁਦ ਜਿਹੜੇ ਜਾਇਜ਼ਾ ਲੈਣ ਨੂੰ ਇੱਥੇ ਆਇਆ ਤਾਂ ਦੇਖਣ ਨੂੰ ਵੀ
ਕਿਹੋ ਜਿਹਾ ਜਿਹੜਾ ਇੱਥੇ ਕੰਮਕਾਰ ਹੋ ਰਿਹਾ, ਇੱਥੇ ਡੀਸੀ ਸਾਹਿਬ ਬਤੌਰ ਉਹਨਾਂ ਦੇ ਨਾਲ ਜੋ ਮੁਲਾਕਾਤ ਹੋਈ, ਜੋ ਤਰਨਤਾਰਨ ਦੇ ਡੀਸੀ ਸਾਹਿਬ ਵੀ ਨੇ, ਤੇ ਤਾਂ ਕਿ ਐਕਸੀਅਨ ਸਾਹਿਬ ਇਹਨਾਂ ਤੋਂ ਪਤਾ ਲੱਗੇ ਵੀ ਕੀ ਕੁਛ ਹੋ ਰਿਹਾ ਆ। ਤੇ ਮੈਂ ਜਿਹੜੇ NRI ਵੀ ਨੇ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਵੀ ਆਪਣੇ ਜਿਹੜੇ ਪਿੰਡਾਂ ਦੇ ਤੁਸੀਂ ਜ਼ਰੂਰ ਸਾਰ ਲਓ। ਤਾਂ ਉਚੇਚੇ ਤੌਰ ਤੇ ਜਿਹੜੇ ਬੇਟ ਵਾਲੇ ਇਲਾਕੇ ਹੁੰਦੇ, ਮੈਨੂੰ ਪਤਾ ਉਧਰ ਜਿੰਨੇ ਵੀ ਸਤਲੁਜ ਦੇ ਲਾਗੇ ਜਿੰਨੇ ਵੀ ਕਈ ਹੋਰ ਪਿੰਡ ਵੀ ਸੀ, ਬਹੁਤ ਸਾਰੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ। ਇੱਧਰ ਵੀ ਆਪਣੇ ਚਾਹੇ ਉਹ ਜਲੰਧਰ ਜ਼ਿਲ੍ਹਾ ਸੀਗਾ, ਤਰਨਤਾਰਨ ਹੋਇਆ, ਇੱਧਰ ਲੁਧਿਆਣੇ ਵੱਲ, ਮੋਗੇ ਵੱਲ, ਇਹ ਅਲੱਗ-ਅਲੱਗ ਜਿਹੜੇ ਇਲਾਕੇ ਨੇ ਇਹ ਵੀ ਸਾਡੇ ਸਾਰੇ ਸਾਡੇ ਹੀ ਨੇ। ਤੁਹਾਡੀ ਗੱਲ ਰੋਕਦਾ ਮੈਂ, ਇੱਕ ਗੱਲ, 1 ਮਹੀਨਾ 1 ਦਿਨ ਹੋ ਗਿਆ ਸਾਨੂੰ ਸੇਵਾ ਕਰਦਿਆਂ ਨੂੰ, ਤੇ ਮੈਂ ਕਹਿੰਦਾ ਹੁੰਦਾ ਕਿ NRI ਭੈਣ ਭਰਾਵਾਂ ਦਾ ਸਹਿਯੋਗ ਆ। ਅਕਾਲ ਚੈਨਲ ਜਾਂ ਅਕਾਲ ਏਡ ਕੁਛ ਨਹੀਂ ਕਰਦੀ, ਕੋਈ ਵੀ ਵੱਡੀ ਸੰਸਥਾ ਵਾ, ਉਹਦੇ ਚਿਹਰੇ ਦਿਖਦੇ ਹੁੰਦੇ ਆ, ਉਹਦੇ ਪਿੱਛੇ ਜੇਬਾਂ ਤੁਹਾਡੀਆਂ ਉਧਰੋਂ, ਉਹ ਜੇਬਾਂ ਤੁਸੀਂ ਭਰੀ ਜਾਂਦੇ ਹੋ, NRI ਭੈਣ ਭਰਾ ਭਰੀ ਜਾਂਦੇ, ਸੰਸਥਾਵਾਂ ਚੱਲ ਜਾਂਦੀਆਂ, ਸੇਵਾਵਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਟਾਈਮ ਚੱਲ ਰਹੀਆਂ। ਅੱਜ ਬਾਬਾ ਜੀ ਨੂੰ ਇੱਕ ਗੱਲ ਕਰਿਓ, ਵੈਸੇ ਤੁਸੀਂ ਮਿਲਣਾ ਵੀ ਆ, ਬਾਬਾ ਜੀ ਮੁੱਖ ਮੰਤਰੀ ਸਾਹਿਬ ਦੇ ਬਹੁਤ ਨੇੜੇ ਆ, ਤੇ ਮੈਂ ਵੀ 2 ਦਿਨ ਪਹਿਲਾਂ ਕਿਹਾ ਸੀ ਕਿ ਬਾਬਾ ਜੀ ਮੁੱਖ ਮੰਤਰੀ ਸਾਹਿਬ ਨੂੰ ਬਾਹੋਂ ਫੜ ਕੇ ਲੈ ਆਓ ਤੇ ਪੁੱਛੋ ਕਿ ਇਸ ਘਰ ਨੂੰ ਇੰਨਾ ਕੁਝ ਚਾਹੀਦਾ ਤੇ ਇਸ ਘਰ ਦਾ ਨੁਕਸਾਨ ਹੋਇਆ। ਬਾਬਾ ਜੀ ਚਾਹੁਣ ਤੇ ਬੜਾ ਕੁਝ ਲੈ ਸਕਦੇ। ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਸੀ ਕਿ ਜੋ ਵੀ ਬਾਬਾ ਜੀ ਕਹਿਣਗੇ ਮੈਂ ਕਰਨ ਵਾਸਤੇ ਤਿਆਰ। ਜੀ ਦੇਖੋ, ਇਹ ਵੀ ਬੇਨਤੀ ਮੈਂ ਜਦੋਂ ਉੱਥੇ ਵੀ ਚੰਡੀਗੜ੍ਹ ਦੇ ਵਿੱਚ ਵੀ ਵਿਚਾਰ ਵਟਾਂਦਰਾ ਹੋਇਆ, ਇਹਦੇ ਬਾਰੇ ਵੀ ਚਰਚਾਵਾਂ ਚੱਲੀਆਂ ਕਿ ਦੇਖੋ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਵੀ ਜੋ ਮੁਆਵਜ਼ਾ ਮਿਲਣਾ ਚਾਹੀਦਾ, ਤਾਂ ਉਹਨਾਂ ਨੂੰ ਵੀ ਸਹਾਇਤਾ ਜੋ ਮਿਲਣੀ ਚਾਹੀਦੀ ਹੈ, ਜੋ ਲੋੜੀਂਦੀ ਕਾਰਵਾਈ ਉਹ ਹੋਣੀ ਚਾਹੀਦੀ ਆ। ਸੋ ਇਸ ਬਾਰੇ ਜਦੋਂ ਹੁਣ ਅੱਜ ਵੀ ਮੈਂ ਦੇਖਿਆ ਤਾਂ ਮੈਨੂੰ ਪਤਾ ਜਿਹੜਾ ਅਕਾਲ ਚੈਨਲ, ਅਕਾਲ ਏਡ ਆ, ਬਹੁਤ ਤੁਸੀਂ ਵਧੀਆ ਕੰਮ ਕਰ ਰਹੇ ਹੋ। ਉੱਥੇ ਕੂਨਰ ਸਾਹਿਬ ਨੇ, ਸੁਖਦੇਵ ਸਿੰਘ ਹੁਣੀ ਆ, ਪਾਲ ਸਿੰਘ ਜੀ ਹੁਣੀ, ਜਿਹੜੀ ਤੁਹਾਡੀ ਟੀਮ ਹੈਗੀ ਆ ਉੱਥੇ, ਉਹ ਤੁਸੀਂ ਸਮੇਂ-ਸਮੇਂ 'ਤੇ ਉਧਰੋਂ ਮਾਇਆ ਵੀ ਇਕੱਤਰ ਹੁੰਦੀ ਆ, ਉਹ ਇੱਥੇ ਆ ਕੇ ਵੀ ਲੱਗਦੀ ਆ। ਇੱਥੇ ਲੋਕਾਂ ਨੂੰ ਜਿਹੜੇ ਉਧਰ ਬਾਹਰ ਵਾਸਤੇ ਜਿਹੜੇ ਪੰਜਾਬੀ ਨੇ, NRIs ਨੇ, ਉਹਨਾਂ ਨੂੰ ਦਿਸਦਾ ਆ ਵੀ ਇੱਥੇ ਕੰਮ ਹੋ ਰਿਹਾ। ਤਾਂ ਮੈਂ ਤੁਹਾਡੀ ਵੀ ਇਹ ਸ਼ਲਾਘਾ ਕਰੂੰਗਾ ਕਿ ਦੇਖੋ ਇੱਦਾਂ ਹੀ ਤੁਸੀਂ ਅਣਥੱਕ ਮਿਹਨਤ ਕਰਦੇ ਰਹੋ, ਇਹ ਸੇਵਾ ਕਰਦੇ ਰਹੋ। ਆਪਾਂ ਨੂੰ ਤਾਂ ਜੋ ਗੁਰੂ ਸਾਹਿਬ ਨੇ ਇਹ ਖੁਦ ਆਖਿਆ ਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜੇ ਆਪਾਂ ਪਿਆਰ ਨਹੀਂ ਕਰਦੇ, ਪ੍ਰੇਮ ਕਰਨਾ ਨਹੀਂ ਸਿੱਖਦੇ, ਚਾਹੇ ਉਹ ਹੋਰ ਇਨਸਾਨਾਂ ਦੇ ਨਾਲ, ਉਚੇਚੇ ਤੌਰ ਤੇ ਜਦੋਂ ਆਪਾਂ ਸੇਵਾ ਜਿਹੜੀ ਆਪਾਂ ਦਸਵੰਧ ਕੱਢਣਾ ਵੀ ਇਹ ਵੀ ਸੇਵਾ ਆ, ਤਾਂ ਜਿਹੜਾ ਉੱਥੇ ਹੱਥੀਂ ਕੰਮ ਕਰਨਾ ਇਹ ਵੀ ਜ਼ਰੂਰੀ ਆ। ਸੋ ਸੀਚੇਵਾਲ ਸਾਹਿਬ ਨਾਲ ਇਹ ਵੀ ਅੱਜ ਮੈਂ ਦੇਖਿਆ, ਕਿਉਂਕਿ ਇਹ ਵੀ ਕਈ ਦਿਨਾਂ ਤੋਂ ਇੱਥੇ ਆ ਕੇ ਤੜਕੇ ਉੱਠ ਕੇ ਜੋ ਟਰੈਕਟਰ ਤੇ ਜਾ ਕੇ ਬਾਕੀ ਹੋਰ ਜਿਹੜੇ ਕਿਸਾਨਾਂ ਦੇ ਨਾਲ ਰਲ ਮਿਲ ਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਪਾਣੀ ਉਹਦਾ ਜਿਹੜੀ ਮਿਆਰ ਉਹ ਘਟੇ ਇੱਥੇ। ਤਾਂ ਪਰ ਦੇਖੋ ਇਹ ਰਲ ਮਿਲ ਕੇ ਇਹ ਕੰਮ ਹੁੰਦਾ, ਇਕੱਲਾ ਆਪਾਂ ਸਰਕਾਰਾਂ ਤੇ ਨਹੀਂ ਛੱਡਣਾ, ਆਪਾਂ ਵੀ ਸਾਰਿਆਂ ਨੇ ਇਹ ਰਲ ਮਿਲ ਕੇ ਜਿਹੜੀ ਕਰਨੀ ਆ। ਸੋ ਮੈਂ ਉਸ ਗੱਲ ਦਾ ਵੀ ਚਲੋ ਜਾਇਜ਼ਾ ਲਿਆ। ਬਾਕੀ ਆਪਣੇ ਨਾਲ ਵੀ ਗੱਲਬਾਤ ਜਿਹੜੀ ਹੋ ਗਈ ਇੱਕ ਦਫਾ ਫਿਰ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਜਿਹੜਾ ਤੁਸੀਂ ਪਿਆਰ ਬਖਸ਼ਦੇ ਆ। ਵੀਰ ਖੜੇ ਆ, ਕੁਛ ਸ਼ਾਇਦ ਕੋਈ ਸਾਂਝ ਪਾਉਣੀ ਚਾਹੁੰਦੇ ਆ ਵੀਰ, ਬੜੇ ਚਿਰ ਤੋਂ ਤੁਹਾਡੀ ਵੇਟ ਕਰਨ ਦੇ, ਤੁਹਾਨੂੰ ਵਹਿੰਦੇ ਵੀ ਰਹਿੰਦੇ ਆ ਵੀਰ, ਕੋਈ ਸਾਂਝ ਪਾਉਣੀ ਚਾਹੁੰਦੇ। ਹਾਂਜੀ ਵੀਰ ਜੀ, ਕੁਝ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਮੈਂ ਮਨਵੀਰ ਸਿੰਘ ਹਰੀਕੇ ਜੀ। ਇੱਕ ਤਾਂ ਅਕਾਲ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ, ਅਕਾਲ ਏਡ ਦਾ ਵੀ, ਕਿ ਇੱਥੇ ਵੀ ਸਾਡੇ ਬਹੁਤ ਨੁਕਸਾਨ ਹੋਇਆ ਸੀਗਾ, ਜਿਹਦੇ ਵਿੱਚ ਅਕਾਲ ਏਡ ਨੇ ਬੜੀਆਂ ਸੋਹਣੀਆਂ ਸੇਵਾਵਾਂ ਨਿਭਾਈਆਂ, ਔਰ ਇਹਨਾਂ ਦਾ ਬਹੁਤ ਸਵਾਗਤ ਹੈ ਹਰੀਕੇ ਦੇ ਵਿੱਚ। ਮੈਂ ਇੱਕ ਪ੍ਰਚਾਰਕ ਹੋਣ ਦੇ ਹੈਸੀਅਤ ਦੇ ਨਾਲ ਅੱਜ ਪਹਿਲੀ ਵਾਰੀ ਰੂਬਰੂ ਮਿਲ ਰਹੇ। 2-3 ਸਾਲ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦੇ ਇੱਕ ਯੂਥ ਕਾਨਫਰੰਸ ਅਸੀਂ ਕਰਵਾਈ ਸੀ, ਪਰ ਉੱਥੇ ਇਹਨਾਂ ਨੂੰ ਲਾਈਵ ਕੀਤਾ ਸੀਗਾ ਉਹਦੇ ਰਾਹੀਂ, ਸਕਾਈਪ ਰਾਹੀਂ। ਤਾਂ ਪਹਿਲੇ ਦੇ ਵਾਰੀ ਇਹਨਾਂ ਨੂੰ ਮਿਲੇ ਆ, ਔਰ ਦੂਸਰੀ ਗੱਲ ਆ ਕਿ ਹਰੀਕੇ ਪਹੁੰਚਣ 'ਤੇ ਇਹਨਾਂ ਦਾ ਬੜਾ ਸਵਾਗਤ ਹੈ। ਮੈਂ ਕਿਹਾ ਇੱਕ ਚੀਜ਼ ਦਾ ਜ਼ਿਕਰ ਮੈਂ ਕਰਦਾ, ਤਨਮਨ ਜੀ ਮਾਫ ਕਰਨਾ, ਮੈਂ ਤੁਹਾਡੇ ਦੋਵਾਂ ਦੀ ਗੱਲ ਰੋਕਦਾ। ਤੁਸੀਂ ਤਾਂ ਨੰਬਰ ਨੋਟ, ਮੇਰਾ ਹਾਸਾ ਨਿਕਲ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਸੀ ਕਿ ਜਿਹਦਾ ਨੰਬਰ ਮੈਨੂੰ ਬੋਲਣਾ ਪੈਂਦਾ ਨਾ, ਤੇ ਮੈਂ ਉਹ 000 ਕਰਕੇ ਬੋਲਣਾ ਸੀ, ਤੇ ਉਹ ਕੀ ਕਹਿ ਰਹੇ ਸੀ? 0 ਨਹੀਂ, ਇਹ ਅਸੀਂ ਇਹਨਾਂ ਨੂੰ ਜਾਣਦੇ ਹਾਂ। ਇਹ ਬਹੁਤ ਸਾਨੂੰ ਮਾਣ ਹੁੰਦਾ ਹੈ ਜਦੋਂ ਇਹ ਪਾਰਲੀਮੈਂਟ 'ਚ ਬੋਲਦੇ, ਅਸੀਂ ਪੋਸਟਾਂ ਵੀ ਸ਼ੇਅਰ ਕਰਦੇ ਹਾਂ, ਔਰ ਇਹਨਾਂ ਦੀ ਫੋਟੋ ਪਾ ਕੇ ਅਸੀਂ ਯੂਥ ਨੂੰ ਆਪਣੇ ਨੂੰ ਸਕੂਲਾਂ ਵਿੱਚ ਵੀ ਗਾਈਡ ਕਰਦੇ ਹਾਂ। ਅਸੀਂ ਕਾਨਫਰੰਸ ਵੀ ਇਸੇ ਕਰਕੇ 2019 ਵਿੱਚ ਸਾਡੇ ਵੀਰਾਂ ਨੇ ਕਰਵਾਈ ਸੀ, ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਵਾਲੇ ਵੀਰ ਸੀਗੇ, ਸੁਖਦੇਵ ਸਿੰਘ ਫਗਵਾੜਾ ਸੀ, ਪਰਮਪਾਲ ਸਿੰਘ ਹੋਣੀ ਸੀਗੇ। ਤੋਂ ਅਸੀਂ ਸਾਰੀ ਟੀਮ ਸੀ, ਅਸੀਂ ਰਬਾਬੀ ਟੀਮ ਸੀਗੇ ਜਿਨ੍ਹਾਂ ਨੇ ਰਬਾਬੀ ਕੀਰਤਨ ਕੀਤਾ ਸੀ ਪਹਿਲਾਂ। ਅਤੇ ਮੱਲੀ ਸਾਹਿਬ ਹੋਣਾ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਇੰਗਲੈਂਡ ਵਿੱਚ, ਉਹਨਾਂ ਦੇ ਬੇਟਾ ਜੀ ਹੁਣੇ ਉਹ ਚੜ੍ਹਾਈ ਕਰ ਗਏ, ਚਲੋ ਬੜਾ ਮਾੜਾ, ਉਹਨਾਂ ਨੇ ਵੀ ਆਉਣਾ ਸੀਗਾ। ਔਰ ਹਰੀਕੇ ਤੁਸੀਂ ਆਏ ਹੋ, ਦੇਖਿਆ, ਤੇ ਸਾਡੀ ਇਹੀ ਅਪੀਲ ਹੈ ਕਿ ਚਾਚਾ ਜੀ ਉਹਨਾਂ ਨੂੰ ਵੀ, ਇਹਨਾਂ ਨੂੰ ਵੀ, ਕਿ ਜਦੋਂ ਵੀ ਆਓ ਹਰੀਕੇ ਆਓ। ਔਰ ਅਸੀਂ ਬਾਬਾ ਜੀ ਉਹਨਾਂ ਨੂੰ ਤਾਂ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ, ਔਰ ਮਾਨ ਸਾਹਿਬ ਤੱਕ ਵੀ ਅਸੀਂ ਪਹੁੰਚ ਕੀਤੀ। ਇੱਥੋਂ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਨਾਲ ਵੀ ਗੱਲ ਹੋਈ ਹੈ। ਇੱਥੇ ਤਿਆਰੀ ਚੱਲ ਰਹੀ ਹੈ ਕਿ ਇਹ ਦੁਨੀਆ ਦੀ 7ਵੀਂ ਵੈਟਲੈਂਡ ਹੈ। ਗੋਰੇ ਇੱਥੇ ਆਉਂਦੇ ਨੇ, ਇੱਥੇ ਰੁਕਦੇ ਨੇ, ਇੰਗਲੈਂਡ ਤੋਂ, ਯੂਰਪ ਤੋਂ, ਸਵਿਟਜ਼ਰਲੈਂਡ ਤੋਂ ਇੱਥੇ ਗੋਰੇ ਆਉਂਦੇ ਨੇ ਸਰਦੀਆਂ ਦੇ ਵਿੱਚ। ਜਦੋਂ ਪੰਛੀ ਆਉਂਦੇ ਨਾ ਸਾਈਬੇਰੀਅਨ, ਉਹ ਇੱਥੇ ਆਉਂਦੇ ਨੇ, ਉਦੋਂ ਬਹੁਤ ਨਜ਼ਾਰਾ ਹੁੰਦਾ। ਕਿਤੇ ਸਰਦੀਆਂ ਵਿੱਚ ਤੁਸੀਂ ਆਓ ਤਾਂ ਅਸੀਂ ਨੰਬਰ ਸ਼ੇਅਰ ਕਰ ਲਵਾਂਗੇ, ਅਤੇ ਨੈਕਸਟ ਟਾਈਮ ਜਦੋਂ ਵੀ ਆਓ ਇਹਨੂੰ ਡਿਵੈਲਪ ਕਰਨ ਦੀ ਜ਼ਰੂਰ ਅਸੀਂ NRI ਵੀਰਾਂ ਨੂੰ ਵੀ ਇਹਨਾਂ ਦੇ ਰਾਹੀਂ ਵੀ ਬੇਨਤੀ ਕਰਾਂਗੇ
ਕਿ ਇੱਥੇ ਥੋੜ੍ਹਾ ਜਿਹਾ ਜੇ ਧਿਆਨ ਦਿੱਤਾ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਨੈਚੁਰਲ, ਇੰਗਲੈਂਡ ਦਾ ਵਿੱਚ ਤਾਂ ਵੇਖੋ ਮੇਰੇ ਖਿਆਲ 'ਚ ਮੈਨ ਮੇਡ ਨਦੀਆਂ ਹੈਗੀਆਂ ਨੇ, ਇਹ ਤਾਂ ਨੈਚੁਰਲ ਦੋ ਦਰਿਆਵਾਂ ਦਾ ਸੰਗਮ ਹੈ। ਮਾਝੇ ਮਾਲਵੇ ਦੁਆਬੇ ਦੀ ਇਹ ਹੱਦ ਪੈਂਦੀ, ਤੁਸੀਂ ਦੇਖ ਹੀ ਆਏ ਆ। ਰੁਕੇ ਵੀ ਸੀ ਜੀ, ਇੱਕ ਥਾਂ ਤੇ ਰੁਕੇ ਸੀ, ਬਾਬਾ ਸੀਚੇਵਾਲ ਨੇ ਵਿਖਾ ਲਿਆ ਵੀ, ਉਹ ਵੀ ਵਿਖਾ ਲਿਆ ਕਿ ਕੁਦਰਤੀ ਨਜ਼ਾਰਾ ਸੀ, ਪਰ ਲੋਕਾਂ ਨੇ ਉਹ ਰਹਿਣ ਵੀ ਨਹੀਂ ਦਿੱਤਾ। ਸ਼ਾਇਦ ਸਰਕਾਰਾਂ ਨੇ ਰਹਿਣ ਤਾਂ ਵਿੱਚੋਂ ਉਹ ਦਰਿਆ ਪੂਰ ਲੈ ਗਏ। ਜੀ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ, ਅਕਾਲ ਚੈਨਲ ਦੇ ਨਾਲ ਅਸੀਂ ਪ੍ਰੋਗਰਾਮ ਕੀਤਾ ਸੀ 2019-20 ਦੇ ਵਿੱਚ, ਰਬਾਬ ਭਰਵਾਣਾ ਰਬਾਬ ਸਰ, ਉਹ ਇੱਥੋਂ ਜਦੋਂ ਨੰਗੀਆਂ ਅੱਖਾਂ ਦੇ ਨਾਲ ਉਹ ਦਿਖਦਾ ਆ, ਇਹ ਹਰੀਕੇ ਤੋਂ ਸਿੱਧਾ ਰਬਾਬ ਸਰ ਭਰਵਾਣਾ, ਜਦੋਂ ਬਹੁਤ ਮੌਸਮ ਸਾਫ਼ ਹੁੰਦਾ ਹੈ। ਤੇ ਮੇਰੀ ਤਾਂ ਜਿਹੜੀ ਦਿਲੀ ਚਾਹਨਾ ਇਹ ਆ, ਪ੍ਰੋਫੈਸਰ ਸੁਰਿੰਦਰ ਸਿੰਘ UK ਰਾਜ ਅਕੈਡਮੀ ਵਾਲੇ, ਉਹਨਾਂ ਨਾਲ ਵੀ ਬਹੁਤ ਵਾਰੀ ਗੱਲ ਹੋਈ ਹੈ ਕਿ ਇੱਥੇ ਇੱਕ ਰਬਾਬ ਦੀ ਅਕੈਡਮੀ ਵੀ ਬਣਾਈ ਜਾਵੇ, ਮਿਊਜ਼ਿਕ ਦੀ ਅਕੈਡਮੀ, ਕਿਉਂਕਿ ਮਿਊਜ਼ਿਕ ਇੱਕ ਬੜੀ ਵੱਡੀ ਚੀਜ਼ ਹੈ ਦੁਨੀਆ ਵਿੱਚ, ਸ਼ਾਂਤੀ ਬਹਾਲ ਕਰਨ ਦਾ ਇੱਕ ਜ਼ਰੀਆ ਸਭ ਤੋਂ ਵੱਡਾ ਮਿਊਜ਼ਿਕ ਆ, ਜਿੱਥੇ ਸਟੱਡੀ ਵੀ ਆ ਮਿਊਜ਼ਿਕ ਵੀ ਆ। ਔਰ ਮੈਂ ਫਿਰ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਰੀਕੇ ਦੇ ਵਿੱਚ। ਜਿਹੜਾ ਬਾਬੇ ਨਾਨਕ ਨੇ ਵੀ ਮਰਦਾਨੇ ਨੂੰ ਇਹੋ ਕਿਹਾ ਸੀ ਕਿ ਰਬਾਬ ਛੇੜ ਬਾਣੀ ਆਈ ਆ, ਉਹ ਗੁਰਦੁਆਰਾ ਸਾਹਿਬ ਕੇ ਦੁਬਾਰਾ ਆਓਗੇ ਦਰਸ਼ਨ ਮੇਲੇ ਜ਼ਰੂਰ ਕਰਾਂਗੇ। ਇਹ ਛੋਟੀ ਛੋਟੀਆਂ ਮੰਗਾਂ, ਵੈਸੇ ਮੰਗਾਂ ਵਿਕਾਦੀਆਂ, ਜੇ ਤੁਸੀਂ ਬਾਬਾ ਜੀ ਵਰਗਿਆਂ ਜਾਂ ਮੁੱਖ ਮੰਤਰੀ ਸਾਹਿਬ ਨਾਲ ਕਿਤੇ ਮਿਲੋ ਤੇ ਇਹਨਾਂ ਦੀਆਂ ਮੰਗਾਂ ਉੱਥੇ ਰੱਖ ਦਿਓ, ਸ਼ਾਇਦ ਸਾਡੀ ਆਵਾਜ਼ ਅਕਾਲ ਚੰਦ ਮਦਰ ਨੂੰ ਚੱਲ ਜਾਣੀ ਆ, ਇਹਨਾਂ ਦੇ ਵੀਰਾਂ ਦੇ ਵੀ ਚੱਲ ਜਾਣੀ ਆ, ਪਰ ਸ਼ਾਇਦ ਤੁਹਾਡਾ ਪ੍ਰੈਸ਼ਰ ਬਣ ਜੇ ਕਿਤੇ ਆਇਆ ਫਾਇਦਾ ਜੀ। ਸਭ ਤੋਂ ਵੱਡਾ ਤੇ ਵੇਖੋ ਸਾਡੇ ਵੱਲੋਂ ਇਹਨਾਂ ਨੂੰ ਜੀਓ ਆਇਆ, ਮੈਨੂੰ ਪਤਾ ਇਹ ਆ ਗਏ ਨੇ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ ਤਾਂ ਉਪਾਧੀਆਂ ਮਿਲਦੀਆਂ ਨੇ, ਔਰ ਸਿੱਖੀ ਨੂੰ ਸੰਭਾਲਣਾ, ਇੰਨੀ ਦੂਰ ਪਹੁੰਚਣਾ, ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ। ਔਰ ਅਸੀਂ ਅਰਦਾਸ ਕਰਦੇ ਹਾਂ ਇਵੇਂ ਹੀ ਬਖਸ਼ਿਸ਼ ਰਵੇ ਗੁਰੂ ਦੀ। ਔਰ ਤੁਸੀਂ ਵੀ ਇਹ ਜਿਹੜੀ ਸਿਆਸਤ ਦੀ ਤੁਹਾਨੂੰ ਗੁਰੂ ਸਾਹਿਬ ਨੇ ਦਾਤ ਦਿੱਤੀ ਹੈ, ਕਿਉਂਕਿ ਰਾਜ ਬਿਨਾਂ ਨਹਿ ਧਰਮ ਚਲਿਆ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਤੁਸੀਂ ਇਸ ਤੋਂ ਇੱਕ ਪੈਰ ਵੀ ਪਿੱਛੇ ਨਾ ਹਟੋ, ਅੱਗੇ ਵਧੋ, ਪਿੱਛੇ ਨਾ ਹੋਇਓ। ਤੁਹਾਡਾ ਧੰਨਵਾਦ। ਦੇਖੋ ਇਹ ਜਿਹੜਾ ਇਹੋ ਜਿਹਾ ਜਿਹੜਾ ਪਿਆਰ ਆ, ਆਸ਼ੀਰਵਾਦ ਆ, ਉਹਦੇ ਸਦਕਾ ਹੀ ਤੁਹਾਡਾ ਜਿਹੜਾ ਇਹ ਪੰਜਾਬੀ ਸ਼ੇਰ ਉੱਥੇ ਗਰਜਦਾ ਪਾਰਲੀਮੈਂਟ ਦੇ ਵਿੱਚ। ਇਹ ਤੁਸੀਂ ਆਪਣਾ ਪਿਆਰ ਤਾਂ ਆਸ਼ੀਰਵਾਦ ਇੱਦਾਂ ਹੀ ਕਾਇਮ ਰੱਖਿਓ। ਕੁਝ ਗਲਤੀ ਹੋ ਜਾਵੇ ਤਾਂ ਨਾ ਚੀਜ਼ ਬੱਚਾ ਸਮਝ ਕੇ ਤੁਸੀਂ ਮਾफ़ ਕਰ ਦੇਣਾ, ਪਰ ਮੇਰੇ ਵੱਲੋਂ ਇਹ ਪੂਰੀ ਜਿਹੜੀ ਤਨਦੇਹੀ ਦੇ ਨਾਲ ਇਹੀ ਕੋਸ਼ਿਸ਼ ਕੀਤੀ ਜਾਊਗੀ ਕਿ ਅੱਗੇ ਤੋਂ ਹੀ, ਜਿੱਦਾਂ ਪਿਛਲੇ 6 ਸਾਲਾਂ ਤੋਂ ਜਾਂ ਉਸ ਤੋਂ ਪਹਿਲਾਂ ਵੀ 10 ਸਾਲ ਜਦੋਂ ਮੈਂ ਬਤੌਰ ਕਾਉਂਸਲਰ ਜਾਂ ਮੇਅਰ ਵਜੋਂ ਸੇਵਾ ਨਿਭਾਈ ਆ, ਉਦੋਂ ਵੀ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਬੇਦਾਗ ਸ਼ਖਸੀਅਤ ਦੇ ਤੌਰ ਤੇ ਬੇਦਾਗ ਹੋ ਕੇ ਆਪਾਂ ਉੱਥੋਂ ਵਿਚਰਨਾ, ਤਾਂ ਉੱਥੇ ਆਪਣਾ ਵਧੀਆ ਗੁਣਕਾਰੀ ਹੋ ਕੇ ਆਪਾਂ ਸਾਬਿਤ ਕਰਨਾ, ਤਾਂ ਕਿ ਹੋਰ ਵੀ ਉੱਥੋਂ ਜਿਹੜੇ ਸਿੱਖ ਨੇ, ਬੰਦੇ ਨੇ, ਬੀਬੀਆਂ ਨੇ, ਉਹ ਵੀ ਉੱਥੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਵੀ ਜੋ ਅਹਿਸਾਸ ਹੋਵੇ ਉੱਥੇ, ਚਾਹੇ UK ਆ ਚਾਹੇ ਹੋਰ ਦੇਸ਼ਾਂ ਦੇ ਵਿੱਚ, ਕਿ ਇਹ ਇਸ ਦੇਸ਼ ਦੇ ਯੋਗਦਾਨ ਲਈ ਬਹੁਤ ਵੱਡਾ ਮੁੱਲਾ ਯੋਗਦਾਨ ਪਾਉਂਦੇ ਨੇ। ਤੇ ਇਹ ਮੈਨੂੰ ਤੁਹਾਡੇ ਅਕਾਲ ਚੈਨਲ ਦੇ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰਨ ਦੇ ਵਿੱਚ ਬਹੁਤ ਖੁਸ਼ੀ ਹੈ। ਮੈਨੂੰ ਪਤਾ ਇਸ ਸਮੇਂ ਸਿਰਫ 2 ਜਿਹੜੇ ਬਰਤਾਨਵੀ ਸਿੱਖ MP ਨੇ, ਪਰ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਜਿਹੜਾ ਲੇਬਰ ਪਾਰਟੀ ਦੇ ਨਾਲ ਵੀ ਬਹੁਤ ਸਮੇਂ ਤੋਂ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਤਾਂ ਉਹਦੇ ਬਤੌਰ ਵੀ ਅਗਲੀ ਦਫਾ ਤੁਸੀਂ ਦੇਖੋਗੇ ਜਦੋਂ ਅਗਲੀ ਚੋਣ ਹੋਣੀ ਆ, ਇੱਕ ਤਾਂ ਰੱਬ ਕਰੇ ਉੱਥੇ ਲੇਬਰ ਪਾਰਟੀ ਦੀ ਸਰਕਾਰ ਆ ਜਾਵੇ, ਤੇ ਪਰ ਇਸ ਦੇ ਨਾਲ ਨਾਲ ਜੇ ਉਹ ਜਿਹੜੀਆਂ 8-9 ਸੀਟਾਂ ਤੋਂ ਘੱਟ ਆਪਣੇ ਹੋਰ ਸਿੱਖ ਜਿਹੜੇ ਆ ਉਹ MP ਅਗਾਂਹ ਆਉਗੇ। ਸੋ ਪ੍ਰਮਾਤਮਾ ਭਲਾ ਕਰੇ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਜੀ ਪੰਜਾਬੀ ਨਾਲ ਪਿਆਰ ਜਿੰਨਾ ਕਿ ਤੁਹਾਡਾ, ਵੈਸੇ ਸਾਡੇ ਨੌਜਵਾਨ ਬਹੁਤੇ ਭੁੱਲਦੇ ਜਾਂਦੇ, ਮਾਫ਼ ਕਰਨਾ, ਫਤਿਹ ਦੀ ਸਾਂਝ ਕਰਨ ਲੱਗੇ ਤੁਸੀਂ ਰੁਕਾਵਟ ਪਾਤੀ, ਮੈਂ ਮਾफ़ੀ ਚਾਹੁੰਦਾ ਮੈਂ ਵੀ, ਪਰ ਪੰਜਾਬੀ ਨਾਲ ਪਿਆਰ ਜਿੰਨਾ ਕਿ ਤੁਸੀਂ ਵਿਖਾ ਲਿਆ, ਜੰਪਲ ਹੋ ਤੁਸੀਂ ਇੰਗਲੈਂਡ ਦੇ, ਤੇ ਪੰਜਾਬੀ ਦੀ ਅਜੇ ਵੀ 0 ਤੱਕ ਦੀ ਗਿਣਤੀ 1 2 3 ਤੋਂ ਲੈ ਕੇ ਸਾਰਾ ਗਿਣਤੀ ਕਰ ਸਕਦੇ ਹੋ। ਪੰਜਾਬੀ 'ਚ ਸ਼ੁੱਧ ਮੁਹਾਰਤ ਹਾਸਲ ਆ ਇਸ ਟਾਈਮ ਦੇ ਉੱਤੇ। ਜੇ ਆਪਾਂ ਬਾਹਰਲੇ ਦੇਸ਼ਾਂ 'ਚ ਇਹ ਪੰਜਾਬੀ ਕਲਾਸਾਂ ਜ਼ਰੂਰ ਲੱਗ ਰਹੀਆਂ, ਪਰ ਕਿਤੇ ਨਾ ਕਿਤੇ ਸਾਡੀ ਪੰਜਾਬੀ ਦੂਰ ਹੁੰਦੀ ਜਾ ਰਹੀ ਆ। ਨੌਜਵਾਨਾਂ ਨੇ ਹੰਬਲਾ ਮਾਰਿਆ, ਬੋਰਡਾਂ ਤੋਂ ਪੰਜਾਬੀ ਲਿਖਵਾਤੀ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਇਹੋ ਜਿਹੇ ਨੌਜਵਾਨ ਗਾਂਹ ਚੱਲੇ ਸੀ। ਪਰ ਤੁਹਾਡਾ ਕੋਈ ਸੁਨੇਹਾ ਕਿ ਸਾਡੀ ਨੌਜਵਾਨ ਪੀੜ੍ਹੀ ਉਹ ਪੰਜਾਬ 'ਚ ਹੋਵੇ, ਉਹ ਵਿਦੇਸ਼ਾਂ 'ਚ ਹੋਵੇ? ਇਹ ਬਹੁਤ ਜ਼ਰੂਰੀ। ਦੇਖੋ ਜੋ ਸਾਨੂੰ ਮਾਂ-ਬਾਪ ਜਾਂ ਜੋ ਪੜ੍ਹਿਆ ਸੀਗਾ, ਜੇ ਬਜ਼ੁਰਗਾਂ ਤੋਂ ਜਿਹੜੀ ਇਹ ਗੱਲ ਮਿਲੀ ਆ ਕਿ ਤੁਸੀਂ ਦੇਖੋ ਜੇ ਅੰਗਰੇਜ਼ੀ ਬੋਲਣੀ ਆ ਤਾਂ ਐਨ ਵਧੀਆ ਕੁਈਨਜ਼ ਇੰਗਲਿਸ਼ ਹੋਣੀ ਚਾਹੀਦੀ ਆ, ਪਰ ਇਹਦੇ ਨਾਲ ਨਾਲ ਜਿਹੜੀ ਆਪਣੀ ਮਾਂ ਬੋਲੀ ਆ ਕਿਤੇ ਉਹਨੂੰ ਨਾ ਭੁੱਲ ਜਾਓ, ਨਹੀਂ ਤਾਂ ਕੱਖਾਂ ਅੰਗਰੂਣੋਗੇ। ਇਹ ਤਾਂ ਬਹੁਤ ਜ਼ਰੂਰੀ ਆ ਕਿ ਦੇਖੋ ਜੇ ਪੰਜਾਬੀ ਬੋਲਣੀ ਆ ਤਾਂ ਉਹਦੇ ਵਿੱਚ ਵੀ ਥੋੜ੍ਹਾ ਮੁਹਾਰਤ ਜਿਹੜੀ ਆਪਣੀ ਸ਼ਬਦਾਵਲੀ ਵਧਾਉਣ ਦੀ ਕੋਸ਼ਿਸ਼ ਕਰੋ। ਇਹ ਤੁਸੀਂ ਹੁਣ ਬਾਹਰ ਉਧਰ ਗੱਲ ਕੀਤੀ ਆ, ਉੱਥੇ ਤਾਂ ਕਈਆਂ ਨੂੰ ਵਿਚਾਰਿਆਂ ਨੂੰ ਚਲੋ ਹੁਣ ਅੜਾੜਾ ਅੜਾਣਾ ਜਾਂ ਹੋਰ ਕੁਝ ਨਹੀਂ ਬੋਲਣਾ ਆਉਂਦਾ। ਇਹ ਵੀ ਸਾਡੀ ਜਿਹੜੀ ਬਦਕਿਸਮਤੀ ਆ, ਤਾਂ ਇਹਦੇ ਲਈ ਵੀ ਆਪਾਂ ਹੀ ਕਿਤੇ ਨਾ ਕਿਤੇ ਗੁਨਾਹਗਾਰ ਆ ਜਿਹੜੇ ਉੱਥੇ ਬਾਹਰ NRI ਬੈਠੇ ਨੇ ਜਾਂ ਪੰਜਾਬੀ ਉਚੇਚੇ ਤੌਰ 'ਤੇ ਜਿਹੜੇ ਬੈਠੇ ਨੇ, ਕਿ ਆਪਾਂ ਆਪਣੇ ਘਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰੀਏ। ਸਾਡੇ ਘਰ ਦੇ ਵਿੱਚ ਵੀ ਇੱਦਾਂ ਹੀ ਆ, ਅਸੀਂ ਬੱਚਿਆਂ ਦੇ ਨਾਲ ਵੀ ਪੰਜਾਬੀ ਬੋਲਦੇ ਹਾਂ, ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਤੁਸੀਂ ਆਪਸ 'ਚ ਜਦੋਂ ਗੱਲ ਕਰਨੀ ਘਰ ਦੇ ਵਿੱਚ ਤਾਂ ਪੰਜਾਬੀ ਦੇ ਵਿੱਚ ਗੱਲ ਕਰੋ। ਬਾਹਰ ਤਾਂ ਆਪਾਂ ਅੰਗਰੇਜ਼ੀ ਦੇ ਵਿੱਚ ਉਹ ਆਪਾਂ ਨੂੰ ਮੁਹਾਰਤ ਰਹਿਣੀ ਆ। ਤਾਂ ਇਹ ਪਰ ਮੈਂ ਇੱਥੇ ਵੀ ਦੇਖਦਾ ਹੁੰਦਾ, ਇੱਕ ਤਾਂ ਚਲੋ ਬਹੁਤ ਵਧੀਆ ਜਿਹੜੇ ਆ ਨੌਜਵਾਨ ਜਿਹੜੇ ਸੱਜਣ ਮਿੱਤਰ ਨੇ ਜਾਂ ਹੋਰ ਜਥੇਬੰਦੀਆਂ ਨੇ ਇੱਥੇ ਪੰਜਾਬੀ ਨੇ,
ਕਿ ਜੇ ਇੱਥੇ ਦੇਖੋ ਇੱਥੇ ਜਿਹੜੇ ਚਾਹੇ ਦੁਕਾਨਾਂ ਦੇ ਫੱਟੇ ਆ, ਚਾਹੇ ਹੋਰ ਫੱਟੇ ਹੈਗੇ ਆ, ਚਾਹੇ ਹੋਰ ਜਿੰਨੇ ਵੀ ਬੋਰਡ ਲੱਗੇ ਆ, ਜੇ ਉਹ ਇੱਥੇ ਪੰਜਾਬ 'ਚ ਨਹੀਂ ਪੰਜਾਬੀ ਹੋਣੀ ਤਾਂ ਹੋਰ ਕਿੱਥੇ ਹੋਣੀ ਆ। ਤਾਂ ਇਹਦੇ ਨਾਲ ਨਾਲ ਇਹ ਵੀ ਬਹੁਤ ਜ਼ਰੂਰੀ ਆ ਕਿ ਇੱਥੇ ਤੁਸੀਂ ਇੱਕ ਤਾਂ ਪੰਜਾਬੀ ਆਪ ਬੋਲੋ। ਇੱਥੇ ਮੈਂ ਦੇਖਦਾ ਹੁੰਦਾ ਤੁਸੀਂ ਹੁਣ 0-0 ਦੀ ਗੱਲ ਕਰਦੇ ਆ, ਇੱਥੇ ਕਈ ਦਫਾ ਕਈ ਲੋਕੀ ਉਹ ਵਿੱਚੋਂ ਖਿਚੜੀ ਪਕਾਈ ਜਾਂਦੇ ਹੁੰਦੇ ਆ। ਜੇ ਪੰਜਾਬੀ ਦੇ ਲਫ਼ਜ਼ ਜਿੱਥੇ ਹੁੰਦੇ ਵੀ ਆ ਉੱਥੇ ਵੀ ਉਹ ਅੰਗਰੇਜ਼ੀ ਜਾਂ ਉਧਰ ਹਿੰਦੀ ਉਹਦੀ ਵਰਤੋਂ ਕਰਦੇ ਆ। ਇਹ ਦੇਖੋ ਆਪਣੇ ਆਪ 'ਚ ਇੰਨਾ ਘਟਾ ਨਾ ਸਾਨੂੰ ਮਹਿਸੂਸ ਹੋਣਾ ਚਾਹੀਦਾ, ਕਿਉਂਕਿ ਪੰਜਾਬੀ ਜਿਹੜੀ ਬਹੁਤ ਅਮੀਰ ਇਹ ਜ਼ੁਬਾਨ ਇਹ ਭਾਸ਼ਾ ਹੈਗੀ ਆ। ਬਾਬਾ ਵਾਰਿਸ ਸ਼ਾਹ, ਬਾਬਾ ਬੁੱਲੇ ਸ਼ਾਹ, ਜੇ ਆਪਾਂ ਗੁਰੂ ਸਾਹਿਬਾਨਾਂ ਦੀ ਵੀ ਗੱਲ ਕਰੀਏ, ਚਾਹੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ, ਚਾਹੇ ਭਾਈ ਵੀਰ ਸਿੰਘ ਜੀ, ਭਾਈ ਕਾਹਨ ਸਿੰਘ ਨਾਭਾ, ਬਹੁਤ ਹੀ ਤਕੜੇ ਲਿਖਾਰੀ, ਬਹੁਤ ਹੀ ਤਕੜੇ ਜਿਹੜੇ ਫਲਸਫੇ ਦੇ ਜੋ ਉਸ ਸੋਚ ਦੇ ਮਾਲਿਕ ਸੀ, ਉਸ ਅਮੀਰ ਵਿਰਸੇ 'ਚੋਂ ਤੁਸੀਂ ਹੈਗੇ ਆ। ਤਾਂ ਤੁਹਾਨੂੰ ਕਦੀ ਪੰਜਾਬੀ ਨਾ ਭੁੱਲਣੀ ਚਾਹੀਦੀ, ਸਗੋਂ ਤੋਂ ਇਹਨੂੰ ਹੋਰ ਪ੍ਰਫੁੱਲਤ ਕਰਨਾ ਚਾਹੀਦਾ ਆ। ਸੋ ਇਹਦੇ ਲਈ ਜੇ ਤੁਸੀਂ ਜੇ ਨਹੀਂ ਖੜੇ ਹੋਏ ਤਾਂ ਹੋਰ ਕਿਹਨੇ ਖੜੇ ਹੋਣਾ? ਬਾਹਰਲਿਆਂ ਨੇ ਥੋੜ੍ਹਾ ਆ ਕੇ, ਜੇ ਹੁਣ ਉਹਨਾਂ ਦਾ ਕੰਮ ਹੈ ਉਹ ਜਿਹੜੀ ਅਲੱਗ-ਅਲੱਗ ਉਹ ਦੇਸ਼ ਦੀਆਂ ਭਾਸ਼ਾਵਾਂ, ਜੇ ਇੱਥੇ ਆ ਬਾਕੀ ਸਾਰੀਆਂ ਦੇਖੋ ਇੰਡੀਆ ਦੇ ਵਿੱਚ ਵੀ ਜਿਹੜੀਆਂ ਬਾਕੀ ਸਾਰੀਆਂ ਭਾਸ਼ਾਵਾਂ ਹੈ ਇਹ ਬਹੁਤ ਸਤਿਕਾਰ ਹਰ ਇੱਕ ਦਾ ਕਰੋ, ਪਰ ਆਪਣੀ ਜਿਹੜੀ ਪੰਜਾਬੀ ਨੂੰ ਅਹਿਮੀਅਤ ਦੇਣਾ ਇਹ ਆਪਣਾ ਫਰਜ਼ ਬਣਦਾ ਆ। ਸੋ ਇਹ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਆ। ਤਾਂ ਜੇ ਆਪਣੀ ਇਸ ਇੰਟਰਵਿਊ ਦੌਰਾਨ ਤਜਿੰਦਰ ਸਿੰਘ ਜੀ ਤੁਹਾਡੇ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਕੁਛ ਗੱਲ ਗਲਤ ਲੱਗੀ ਹੋਵੇ, ਅਰਦਾਸ ਖਿਮਾ ਦਾ ਜਾਚਕ ਹੈ। ਮੈਂ ਤਾਂ ਜਿਹੜੀ ਆਪਣੀ ਜਿੰਨੀ ਵੀ ਪਰਮਾਤਮਾ ਨੇ ਥੋੜ੍ਹੀ ਬਹੁਤੀ ਬਲ ਬੁੱਧੀ ਜਿਹੜੀ ਸੋਚ ਬਖਸ਼ੀ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਬੇਨਤੀ ਕਰਾਂ, ਚਾਹੇ ਉਹ ਪੰਜਾਬੀ ਪ੍ਰਤੀ, ਚਾਹੇ ਉਹ ਸਿੱਖੀ ਪ੍ਰਤੀ, ਚਾਹੇ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲਾਂ ਕਰਨ ਬਾਰੇ, ਜਾਂ ਹੋਰ ਵੀ ਸਿੱਖੀ ਸੋਚ 'ਤੇ ਆਪਾਂ ਕਿਵੇਂ ਪਹਿਰਾ ਦੇਣਾ, ਸੱਚ ਹੱਕ ਦੀ ਆਵਾਜ਼ ਕਿੱਦਾਂ ਕਰਨੀ ਆ। ਅਤੇ ਪਰ ਜੇ ਕੁਛ ਵੱਧ ਘੱਟ ਦਿੱਤਾ ਹੋਵੇ ਤਾਂ ਅਰਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨਮਨਜੀਤ ਸਿੰਘ ਢੇਸੀ ਸਾਡੇ ਨਾਲ ਸੀ, ਯੂਕੇ ਤੋਂ ਮੈਂਬਰ ਆਫ ਪਾਰਲੀਮੈਂਟ ਆ। ਕੁਛ ਦਿਨ ਪਹਿਲਾਂ ਆਏ ਸੀ ਤੇ ਏਅਰਪੋਰਟ ਤੇ ਰੋਕ ਲਿਆ। ਏਅਰਪੋਰਟ ਤੇ ਰੋਕਣ ਦਾ ਕਾਰਨ ਵੀ ਉਹਨਾਂ ਦੱਸਤਾ ਕਿ ਕਿਤੇ ਨਾ ਕਿਤੇ ਉਹ ਸ਼ਰਾਰਤੀ ਅਨਸਰ ਜਿਹੜੇ ਪੰਜਾਬ ਦੇ ਵਿੱਚ ਹੋਣ, ਪੂਰੇ ਭਾਰਤ ਦੇ ਵਿੱਚ ਹੋਣ, ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਹੋਣਗੀਆਂ, ਪਰ 2.5 ਘੰਟੇ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਘਰ ਭੇਜ ਦਿੱਤਾ ਜਾਂਦਾ ਵਾ। ਹਾਂ, ਪਰਿਵਾਰ ਜ਼ਰੂਰ ਖੱਜਲ ਖਵਾਰ ਹੋਇਆ, ਕਹਿੰਦੇ ਕਿਤੇ ਨਾ ਕਿਤੇ ਟੈਨਸ਼ਨ ਵੀ ਪੈ ਜਾਂਦੀ ਆ, ਪਰ ਹੁਣ ਬਿਲਕੁਲ ਠੀਕ ਆ। ਜਿਹੜਾ ਪੰਜਾਬ ਦਾ ਨਿੱਜੀ ਦੌਰਾ ਸੀ, ਕਹਿੰਦੇ ਉਹ ਨਿੱਜੀ ਨਹੀਂ ਰਹਿ ਸਕਿਆ, ਉਹ ਤੋਂ ਬਾਅਦ 'ਚ ਰੁਝੇਵੇਂ ਜ਼ਰੂਰ ਮੇਰੇ ਵੱਧ ਗਏ ਸੀ। ਮੈਂ ਨਿੱਜੀ ਦੌਰਾ ਰੱਖਣਾ ਚਾਹੁੰਦਾ ਸੀ। ਹਾਂ, ਪੰਜਾਬੀਅਤ ਦੇ ਵਿੱਚ ਮੁਹਾਰਤ ਹਾਸਲ ਆ, ਕਹਿੰਦੇ ਕਿ ਇੱਦਾਂ ਹੀ ਸਾਰਿਆਂ ਨੂੰ ਪੰਜਾਬੀ ਬੋਲਦੇ ਰਹਿਣਾ ਚਾਹੀਦਾ। ਅਤੇ ਮੈਂ ਵੀ ਕਹਿੰਦੇ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਇੱਦਾਂ ਹੀ ਕਰਦਾ ਰਹੂੰਗਾ ਅਤੇ ਇੱਦਾਂ ਹੀ ਸਮੇਂ-ਸਮੇਂ 'ਤੇ ਪੰਜਾਬ ਤੇ ਪੰਜਾਬੀ ਦੀ ਆਵਾਜ਼ ਚੁੱਕਦਾ ਰਹੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।